ਪਾਵਰ ਸਟੀਅਰਿੰਗ ਵੀ ਤੁਹਾਡੀ ਜਾਨ ਬਚਾਉਂਦਾ ਹੈ। ਅੱਛਾ ਜੀ, ਇਹ ਤੁਹਾਡੀ ਪਾਵਰ ਸਟੀਅਰਿੰਗ ਗੱਡੀ ਦੇ ਵਿੱਚ ਲੱਗਿਆ ਹੈ, ਤੁਹਾਡੀ ਜਾਨ ਬਚਾਉਣ ਖਾਤਰ ਲੱਗਿਆ ਹੋਇਆ। ਜਾਨ ਕਿਵੇਂ ਬਚਾਉਂਦਾ, ਹੁਣ ਮੈਂ ਇਹ ਸਵਾਲ ਕਰਦਾ। ਓਵਰਟੇਕ ਕਰਨ ਦਾ ਸਹੀ ਤਰੀਕਾ ਕੀ ਹੋਣਾ ਚਾਹੀਦਾ? ਓਵਰਟੇਕ ਕਰਨ ਦਾ ਰੂਲ ਸਭ ਤੋਂ ਬਹੁਤ ਵਧੀਆ ਸਵਾਲ ਕੀਤਾ, ਬਹੁਤ ਵਧੀਆ ਸਵਾਲ ਕੀਤਾ। ਸਾਡੇ ਇੰਡੀਆ ਦੇ ਵਿੱਚ ਕੀ ਆ, ਰੇਸ ਲੱਗ ਜਾਂਦੀ ਹੈ ਇੱਕ ਟਰੱਕਾਂ ਵਾਲੇ ਵਾਸਤੇ ਹੁੰਦਾ। ਜਦੋਂ ਕੈਨੇਡਾ ਦੇ ਵਿੱਚ ਜਾਂ ਹੋਰ ਕੰਟਰੀਆਂ ਦੇ ਵਿੱਚ ਜਾ ਕੇ ਟੈਸਟ ਦਿੰਦੇ ਆ ਨਾ ਕਿ ਤੁਸੀਂ ਜਦੋਂ ਕਿਸੇ ਮੋਟਰਸਾਈਕਲਿਸਟ ਨੂੰ ਜਾਂ ਸਾਈਕਲਿਸਟ ਨੂੰ ਓਵਰਟੇਕ ਕਰਨਾ ਤਾਂ ਤੁਹਾਡੀ ਜਿਹੜੀ ਹੈਗੀ ਉਹਨਾਂ ਤੋਂ ਦੂਰੀ ਕਿੰਨੀ ਹੋਣੀ ਚਾਹੀਦੀ ਹੈ। ਕੋਈ ਵੀ ਵਹੀਕਲ ਹੈ, ਚਾਹੇ ਉਹ ਕਾਰ ਹੈ ਚਾਹੇ ਉਹ ਹੈਵੀ ਵਹੀਕਲ ਹੈ, ਅਗਰ ਉਹਨਾਂ ਦੇ ਸਾਈਡ ਸ਼ੀਸ਼ੇ ਜੇ ਸਾਨੂੰ ਸਾਫ਼ ਨਜ਼ਰ ਆ ਰਹੇ ਨੇ ਅੱਗੇ ਚੱਲ ਰਹੇ ਵਹੀਕਲ ਦੇ, ਤਾਂ ਸਮਝ ਲਓ ਉਹ ਵੀ ਸਾਡਾ ਸੇਫ ਡਿਸਟੈਂਸ ਹੈ। ਪਰ ਜਦੋਂ ਧੁੰਦ ਦੇ ਵਿੱਚ ਬੰਦਾ ਇਸ ਡਿਸਟੈਂਸ ਨੂੰ ਕਿਵੇਂ ਦੇਖ ਪਾਊਗਾ? ਨਾ ਤਾਂ ਦੇਖੋ ਉਦੋਂ ਉੱਪਰਲੀ ਸਾਈਡ ਦਿਸਣੀ ਆ ਜੀ, ਨਾ ਉਦੋਂ ਸਾਈਡ ਤੁਹਾਨੂੰ ਸ਼ੀਸ਼ੇ ਦਿਸਣੇ ਆ, ਨਾ ਤੁਹਾਨੂੰ ਉਦੋਂ ਟਾਇਰ ਦਿਸਣੇ ਆ। ਕਿ ਜਦੋਂ ਵੀ ਅਸੀਂ ਫੋਰਨ ਦੇ ਵਿੱਚ ਕਿਸੇ ਨੇ ਵੀ ਡਰਾਈਵਿੰਗ ਦਾ ਟੈਸਟ ਦੇਣਾ ਤਾਂ ਉੱਥੇ ਤੁਹਾਨੂੰ ਇਹ ਸਵਾਲ ਆਊਗਾ ਹੀ ਆਊਗਾ। ਧੁੰਦ ਦੇ ਸਮੇਂ ਦੇ ਵਿੱਚ ਅਸੀਂ ਆਪਦੇ ਸਫ਼ਰ ਨੂੰ ਸੁਖਾਲਾ ਬਣਾਉਣ ਦੇ ਲਈ ਅੱਗੇ ਚੱਲ ਰਹੇ ਵਹੀਕਲ ਦੇ ਨਾ ਜ਼ਿਆਦਾ ਨਜ਼ਦੀਕ ਵਹੀਕਲ ਰੱਖਦੇ। ਸਾਡੇ ਮਨ ਦੇ ਵਿੱਚ ਇਹ ਹੁੰਦਾ ਕਿ ਯਾਰ ਜੇ ਵੱਜੇਗਾ ਤਾਂ ਉਹ ਵੱਜੇਗਾ। ਹਾਂ ਬਿਲਕੁਲ, ਠੀਕ ਹੈ, ਅਸੀਂ ਉਹਦੇ ਪਿੱਛੇ ਆ, ਅਸੀਂ ਆਪਣੇ ਆਪ ਨੂੰ ਰੋਕ ਲਾਂਗੇ। ਪਰ ਨਹੀਂ, ਉਹ ਬ੍ਰੇਕ ਛੱਡ ਕੇ ਮਾਰਦੇ ਹੁੰਦੇ ਸੀਗੇ। ਉਹ ਬ੍ਰੇਕ ਛੱਡ ਕੇ ਮਾਰਦੇ ਸੀ, ਕਿਉਂਕਿ ਜਦੋਂ ਬ੍ਰੇਕ ਡਰਮ ਨੂੰ ਫੜ ਲੈਂਦੇ ਆ ਤਾਂ ਜਿਹੜੇ ਹੈਗੇ ਨੇ ਜਿਹੜੇ ਟਾਇਰ ਨੇ ਉਹ ਬਿਲਕੁਲ ਲੌਕ ਹੋ ਜਾਂਦੇ ਨੇ। 100 ਤੋਂ ਪਲੱਸ ਹੈਗੀ ਆ, ਘੱਟੋ ਘੱਟ ਜਿਹੜਾ ਹੈਗਾ 110 115 ਜਿਹੜਾ ਹੈਗਾ ਮੀਟਰ ਦਾ ਉਹ ਸਮਾਂ ਲਊਗੀ। ਇਹੋ ਜਿਹਾ ਸਮਾਂ ਵੀ ਆ ਜਾਊਗਾ ਜੇ ਅਸੀਂ ਨਾ ਸੁਧਰੇ ਕਿ ਹਰ ਘਰ ਦੇ ਵਿੱਚੋਂ ਕਿਸੇ ਨੇ ਆਉਣ ਵਾਲੇ 4-5 ਸਾਲਾਂ ਦੇ ਵਿੱਚ 1 ਜਾਂ 2 ਬੰਦੇ ਦੀ ਮੌਤ ਜਿਹੜੀ ਹੈਗੀ ਹੈ ਰੋਡ ਐਕਸੀਡੈਂਟ ਨਾਲ ਹੋਊਗੀ। ਸਤਿ ਸ਼੍ਰੀ ਅਕਾਲ, ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ। ਮੈਂ ਹਾਂ ਜਸ ਕਰੇਵਾਲ। ਸੜਕੀ ਹਾਦਸਿਆਂ ਦੀਆਂ ਖਬਰਾਂ ਅਸੀਂ ਅਕਸਰ ਆਏ ਦਿਨ ਸੁਣਦੇ ਹਾਂ। ਸੜਕੀ ਹਾਦਸਿਆਂ ਦੇ ਵਿੱਚ ਮਰਨ ਵਾਲਿਆਂ ਦੀਆਂ ਖਬਰਾਂ ਅਸੀਂ ਆਏ ਦਿਨ ਸੁਣਦੇ ਹਾਂ। ਸੋ ਸਾਡੀ ਇੱਕ ਕੋਸ਼ਿਸ਼ ਰਹਿੰਦੀ ਆ ਜੋ ਕੁਝ ਮਹੀਨਿਆਂ ਤੋਂ ਅਸੀਂ ਚਾਲੂ ਕੀਤੀ ਹੈ ਕਿ ਯਾਰ ਇਹਨਾਂ ਤੋਂ ਬਚਿਆ ਜਾ ਸਕਦਾ ਆ। ਜੇ ਬਚਿਆ ਜਾ ਸਕਦਾ ਤਾਂ ਕਿਵੇਂ ਜਾ ਸਕਦਾ, ਜਿਸ ਦੇ ਕਾਰਨ ਅਸੀਂ ਸਮੇਂ-ਸਮੇਂ ਤੇ ਡਰਾਈਵਿੰਗ ਐਕਸਪਰਟ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ। ਮੈਂ ਗੱਲਬਾਤ ਕਰ ਰਿਹਾ ਮੁਨੀਸ਼ ਜੀ ਦੀ। ਮੁਨੀਸ਼ ਜੀ ਅੱਜ ਵੀ ਮੇਰੇ ਨਾਲ ਹੋਣਗੇ। ਅੱਜ ਦੀ ਜਿਹੜੀ ਗੱਲਬਾਤ ਰਹੇਗੀ ਉਹ ਟੇਲ ਗੇਟਿੰਗ ਤੇ ਰਹੇਗੀ। ਇਹ ਹੈ ਕੀ ਚੀਜ਼ ਆ, ਸ਼ਾਇਦ ਬਹੁਤਿਆਂ ਨੂੰ ਨਹੀਂ ਪਤਾ ਹੋਣਾ, ਪਰ ਜੇਕਰ ਇਸ ਬਾਰੇ ਤੁਹਾਨੂੰ ਜਾਣਕਾਰੀ ਭਰਪੂਰ ਮਿਲ ਜਾਵੇਗੀ ਤਾਂ ਸ਼ਾਇਦ ਬਹੁਤੇ ਜਿਹੜੇ ਹਾਦਸੇ ਹੁੰਦੇ ਆ, ਸਾਡੇ ਆਏ ਦਿਨ ਹਾਦਸੇ ਹੁੰਦੇ ਆ ਸਾਡੇ ਪੰਜਾਬ ਦੀਆਂ ਸੜਕਾਂ ਤੇ, ਹਿੰਦੁਸਤਾਨ ਦੀਆਂ ਸੜਕਾਂ ਤੇ, ਤਾਂ ਉਹਨਾਂ ਤੋਂ ਬਚਿਆ ਜਾ ਸਕਦਾ ਆ। ਇਹ ਚੀਜ਼ ਕੀ ਆ ਤੇ ਇਹਨਾਂ ਹਾਦਸਿਆਂ ਤੋਂ ਕਿਵੇਂ ਅਸੀਂ ਬਚਾ ਸਕਦੇ ਹਾਂ? ਆਪਣੀ ਜ਼ਿੰਦਗੀ ਜਿਹੜੀ ਅਨਮੋਲ ਜ਼ਿੰਦਗੀ ਸਾਨੂੰ ਇੱਕੋ ਵਾਰ ਮਿਲਦੀ ਹੈ, ਉਹਨੂੰ ਕਿਵੇਂ ਬਚਾ ਸਕਦੇ ਹਾਂ, ਸੁਰੱਖਿਅਤ ਕਰ ਸਕਦੇ ਹਾਂ। ਮੇਰੇ ਨਾਲ ਮੁਨੀਸ਼ ਬਾਈ ਆ। ਮੁਨੀਸ਼ ਬਾਈ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਉਸ ਤੋਂ ਬਾਅਦ ਅਗਲੀ ਗੱਲ ਵੱਲ ਵਧਾਂਗੇ। ਮੁਨੀਸ਼ ਬਾਈ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ, ਆਰਐਮਬੀ ਟੈਲੀਵਿਜ਼ਨ ਦੇਖ ਰਹੇ ਸਾਰਿਆਂ ਨੂੰ ਜੀ। ਮੁਨੀਸ਼ ਬਾਈ, ਜਿੱਦਾਂ ਮੈਂ ਕਰੀਆ ਟੇਲ ਗੇਟਿੰਗ ਦੀ ਗੱਲ ਪੂਰੀ ਵਿਸਥਾਰ ਦੇ ਵਿੱਚ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਹੈ ਕੀ ਹੈ? ਜਸ ਜੀ, ਅੱਜ ਕੱਲ੍ਹ ਤੁਸੀਂ ਦੇਖੋ, ਅਸੀਂ ਸੁਣਦੇ ਹਾਂ ਕਿ ਅੱਜ ਕੱਲ੍ਹ 4 ਲੇਨਸ ਤੇ ਜੋ 6 ਲੇਨਸ ਬਣੇ ਹੋਏ ਨੇ, ਅਸੀਂ ਇਹ ਸੁਣਦੇ ਹਾਂ ਕਿ ਜਦੋਂ ਇੱਕ ਐਕਸੀਡੈਂਟ ਹੁੰਦਾ ਹੈ ਤਾਂ ਉਹ ਕਿਉਂ ਲਾਈਕਲੀ ਐਕਸੀਡੈਂਟ ਹੋਈ ਜਾਂਦੇ ਆ। ਇੱਕ ਦੇ ਮਗਰ ਗਲਤੀ ਇੱਕ ਕਰਦਾ ਹੈ, ਪਰ 20-25 ਵਹੀਕਲ ਆਪਸ ਦੇ ਵਿੱਚ ਆ ਕੇ ਟਕਰਾ ਜਾਂਦੇ ਆ। ਹੁਣ ਉੱਥੇ ਤਾਂ ਐਕਸੀਡੈਂਟ ਹੋਣਾ ਨਹੀਂ ਚਾਹੀਦਾ ਕਿਉਂਕਿ ਰੋਡਸ ਖੁੱਲੀਆਂ ਹੈਗੀਆਂ। ਟੇਲ ਗੇਟਿੰਗ ਹੈਗਾ ਕੀ ਹੈ? ਟੇਲ ਗੇਟਿੰਗ ਹੁੰਦਾ ਹੈ ਕਿ ਅਸੀਂ ਸਾਡੇ ਅੱਗੇ ਚੱਲ ਰਹੇ ਵਹੀਕਲ ਤੋਂ ਜ਼ਿਆਦਾ ਨਜ਼ਦੀਕ ਵਹੀਕਲ ਡਰਾਈਵ ਕਰਨਾ। ਅਸੀਂ ਅੱਗੇ ਚੱਲ ਰਹੇ ਵਹੀਕਲ ਤੇ ਨਾ ਉਹਨੂੰ ਇੰਨਾ ਡਿਸਟੈਂਸ ਨਹੀਂ ਹੁੰਦਾ ਸਾਡੇ ਕੋਲ। ਰੱਬ ਨਾ ਕਰੇ ਉਸ ਬੰਦੇ ਨੂੰ ਐਮਰਜੈਂਸੀ ਦੇ ਵਿੱਚ ਬ੍ਰੇਕ ਲਾਉਣੀ ਪੈ ਜਾਂਦੀ ਹੈ। ਠੀਕ ਹੈ, ਹਰ ਵਹੀਕਲ ਦੀ ਅਲੱਗ-ਅਲੱਗ ਕੰਡੀਸ਼ਨ ਹੁੰਦੀ ਹੈ। ਮੇਰੇ ਕੋਲ ਹੋਰ ਵਹੀਕਲ ਹੈ, ਉਹਦੇ ਕੋਲ ਕੋਈ ਹੋਰ ਟਾਈਪ ਦਾ ਵਹੀਕਲ ਹੈ, ਸ਼ਾਇਦ ਉਹਦੀਆਂ ABS ਬ੍ਰੇਕਾਂ ਹੋਣ, ਮੇਰੀਆਂ ABS ਬ੍ਰੇਕਾਂ ਨਹੀਂ ਹੈਗੀਆਂ, ਤਾਂ ਉਹ ਐਮਰਜੈਂਸੀ ਦੇ ਵਿੱਚ ਜਦੋਂ ਬ੍ਰੇਕ ਲਗਾਏਗਾ ਤਾਂ ਮੇਰੇ ਕੋਲੇ ਉਹਦੀ ਡਿਸਟੈਂਸ ਅੱਗੇ ਚੱਲ ਰਹੇ ਵਹੀਕਲ ਤੋਂ ਡਿਸਟੈਂਸ ਇੰਨੀ ਕੁ ਜ਼ਿਆਦਾ ਘੱਟ ਸੀਗੀ, ਉਹਨੇ ਬ੍ਰੇਕ ਮਾਰੀ
ਤਾਂ ਮੇਰੇ ਤੋਂ ਉਸ ਦੂਰੀ ਦੇ ਵਿੱਚ ਵਹੀਕਲ ਰੋਕ ਨਹੀਂ ਹੋਇਆ, ਮੇਰਾ ਵਹੀਕਲ ਉਸ ਵਹੀਕਲ ਦੇ ਵਿੱਚ ਜਾ ਕੇ ਟਕਰਾਇਆ। ਮੇਰੇ ਮਗਰ ਵੀ ਵਹੀਕਲ ਸੀ, ਉਹਦੀ ਵੀ ਜਿਹੜੀ ਦੂਰੀ ਘੱਟ ਸੀਗੀ, ਤਾਂ ਮੇਰੇ ਅਚਾਨਕ ਬ੍ਰੇਕ ਲੱਗੀ ਤਾਂ ਉਹਨੇ ਵੀ ਜਿਹੜੇ ਹੈਗੇ ਉਹਦੀ ਬ੍ਰੇਕ ਨਹੀਂ ਲੱਗੀ। ਤਾਂ ਇਹ ਹੁੰਦਾ ਹੈ ਕਿ ਅਸੀਂ ਜ਼ਿਆਦਾ ਨਜ਼ਦੀਕ ਵਹੀਕਲ ਕਿਸੇ ਦੇ ਅੱਗੇ ਚੱਲ ਰਹੇ ਵਹੀਕਲ ਤੇ ਜ਼ਿਆਦਾ ਨਜ਼ਦੀਕ ਵਹੀਕਲ ਰੱਖਦੇ ਆ, ਤਾਂ ਹੀ ਇਹ ਸੁਣਨ ਨੂੰ ਮਿਲਦਾ ਜਿਹੜੀ 4 ਲੇਨਸ ਤੇ ਇੱਕ ਐਕਸੀਡੈਂਟ ਹੁੰਦਾ ਹੈ ਤਾਂ ਇੱਕ ਐਕਸੀਡੈਂਟ ਤੋਂ ਬਾਅਦ 10-10 15-15 ਜਿਹੜੇ ਹੈਗੇ ਨੇ ਐਕਸੀਡੈਂਟ, ਉਹ ਆਮ ਜੀ ਗੱਲ ਹੁੰਦੀ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਜੇਕਰ ਕਈ ਵਾਰ ਇੱਕ ਗੱਡੀ ਵੱਜੀ ਹੁੰਦੀ ਹੈ ਤਾਂ ਮਗਰ ਦੂਜੀ ਤੀਜੀ ਚੌਥੀ ਪੰਜਵੀਂ ਅਕਸਰ ਦੇਖਦੇ ਹਾਂ। ਬਿਲਕੁਲ। ਹੁਣ ਤੁਸੀਂ ਇਹ ਦੇਖੋ ਕਿ ਜਦੋਂ ਸਾਡੀ ਧੁੰਦ ਦਾ ਸਮਾਂ ਆਉਂਦਾ ਹੈ, ਹਾਂ ਉਦੋਂ ਜ਼ਿਆਦਾ ਹੁੰਦੇ ਆ। ਧੁੰਦ ਦੇ ਸਮੇਂ ਦੇ ਵਿੱਚ ਅਸੀਂ ਆਪਦੇ ਸਫ਼ਰ ਨੂੰ ਸੁਖਾਲਾ ਬਣਾਉਣ ਦੇ ਲਈ ਅੱਗੇ ਚੱਲ ਰਹੇ ਵਹੀਕਲ ਦੇ ਨਾਲ ਜ਼ਿਆਦਾ ਨਜ਼ਦੀਕ ਵਹੀਕਲ ਰੱਖਦੇ ਆ। ਸਾਡੇ ਮਨ ਦੇ ਵਿੱਚ ਇਹ ਹੁੰਦਾ ਕਿ ਯਾਰ ਜੇ ਵੱਜੇਗਾ ਤਾਂ ਉਹ ਵੱਜੇਗਾ, ਹਾਂ ਬਿਲਕੁਲ ਠੀਕ ਹੈ, ਅਸੀਂ ਉਹਦੇ ਪਿੱਛੇ ਆ, ਅਸੀਂ ਆਪਣੇ ਆਪ ਨੂੰ ਰੋਕ ਲਾਂਗੇ। ਪਰ ਨਹੀਂ, ਇਹੋ ਜਿਹਾ ਹੁੰਦਾ, ਇਹ ਸਾਡੀ ਜਿਹੜੀ ਹੈਗੀ ਜ਼ਿੰਦਗੀ ਤੇ ਕਿਸੇ ਨਾ ਕਿਤੇ ਭਾਰੂ ਪੈ ਸਕਦਾ ਸਾਡੇ। ਤਾਂ ਕਦੇ ਵੀ ਅੱਗੇ ਚੱਲ ਰਹੇ ਵਹੀਕਲ ਤੇ ਉਹ ਜ਼ਿਆਦਾ ਨਜ਼ਦੀਕ ਵਹੀਕਲ ਨਾ ਰੱਖੋ, ਕਿਉਂਕਿ ਤੁਹਾਡੇ ਕੋਲੇ ਸਮਾਂ ਉਸ ਸਮੇਂ ਘੱਟ ਹੁੰਦਾ, ਤੁਹਾਡੀ ਦੂਰੀ ਘੱਟ ਹੋਣ ਕਰਕੇ ਉਹ ਅਕਸਰ ਹੀ ਐਕਸੀਡੈਂਟਾਂ ਦਾ ਜਿਹੜਾ ਹੈਗਾ ਉਹ ਕਾਰਨ। ਮਨੀਸ਼ ਭਾਈ ਸ਼ਾਇਦ ਮੈਨੂੰ ਲੱਗਦਾ 2 ਸੈਕਿੰਡ ਵੀ ਸਾਨੂੰ ਨਹੀਂ ਮਿਲਦੇ ਗੱਡੀ ਤੇਜ਼ ਹੁੰਦੀ ਹੈ ਤਾਂ। ਦੇਖੋ ਕੀ ਹੁੰਦਾ ਹੈ ਕਿ ਲੋਕ ਕਹਿੰਦੇ ਬ੍ਰੇਕ ਕਿਵੇਂ ਲੱਗਦੀ ਹੈ, ਬ੍ਰੇਕਿੰਗ ਦਾ ਵੀ ਕੋਈ ਪ੍ਰਿੰਸੀਪਲ ਹੁੰਦਾ ਹੈ। ਪਹਿਲਾ ਹੁੰਦਾ ਪਰਸੈਪਸ਼ਨ ਡਿਸਟੈਂਸ। ਪਰਸੈਪਸ਼ਨ ਡਿਸਟੈਂਸ ਕੀ ਹੁੰਦਾ ਕਿ ਜਦੋਂ ਮੈਨੂੰ ਪਤਾ ਲੱਗਿਆ ਯਾਰ ਮੈਂ ਐਮਰਜੈਂਸੀ ਦੇ ਵਿੱਚ ਬ੍ਰੇਕ ਲਾਉਣੀ ਆ, ਠੀਕ ਹੈ, ਮੈਨੂੰ ਉਹ ਕਾਰਨ ਲੱਭਿਆ ਬ੍ਰੇਕ ਕਿਉਂ ਲਾਉਣੀ ਆ। ਫਿਰ ਹੁੰਦੀ ਰਿਐਕਸ਼ਨ ਡਿਸਟੈਂਸ। ਰਿਐਕਸ਼ਨ, ਮੇਰੇ ਮਾਈਂਡ ਨੇ ਖਤਰਾ ਦੇਖਿਆ, ਫਿਰ ਉਹਦੇ ਤੇ ਰਿਐਕਸ਼ਨ ਕੀਤਾ। ਅੱਗੇ ਆਉਂਦਾ ਬ੍ਰੇਕ ਲੈਗ ਡਿਸਟੈਂਸ। ਮੇਰਾ ਐਕਸੀਲੇਟਰ ਤੋਂ ਜਿਹੜਾ ਬ੍ਰੇਕ ਤੇ ਜਾਣ ਦਾ ਜਿਹੜਾ ਮੇਰਾ ਡਿਸਟੈਂਸ, ਉਹ ਵੀ ਸਮਾਂ ਉਹ ਵੀ ਲੱਗੂਗਾ। ਫਿਰ ਹੁੰਦਾ ਕਿ ਇਹਨਾਂ ਸਾਰਿਆਂ ਨੂੰ ਮਿਲਾ ਕੇ ਫਿਰ ਬੰਦਾ ਜਿਹੜਾ ਹੈਗਾ ਟੋਟਲ ਡਿਸਟੈਂਸ, ਉਹਨੂੰ ਬੋਲਦੇ ਆ ਸਾਰੇ ਨੂੰ ਬ੍ਰੇਕਿੰਗ ਡਿਸਟੈਂਸ, ਟੋਟਲ ਡਿਸਟੈਂਸ ਹੁੰਦਾ ਉਹ ਕੀ ਹੁੰਦਾ ਹੈ ਕਿ ਅੱਜ ਕੱਲ੍ਹ ਤੁਸੀਂ ਫੋਰਨ ਦੇ ਵਿੱਚ ਦੇਖ ਲਓ 2 ਸੈਕਿੰਡ ਔਰ 4 ਸੈਕਿੰਡ ਦਾ ਉਹਨਾਂ ਦਾ ਜਿਹੜਾ ਰੂਲ ਹੈ। ਫੋਰਨ ਦੇ ਵਿੱਚ ਗਏ, ਹੁਣ ਮੈਂ ਪੰਜਾਬੀ ਤੁਹਾਨੂੰ ਦੱਸਦਾ ਕਿ ਜਦੋਂ ਵੀ ਅਸੀਂ ਫੋਰਨ ਦੇ ਵਿੱਚ ਕਿਸੇ ਨੇ ਵੀ ਡਰਾਈਵਿੰਗ ਦਾ ਟੈਸਟ ਦੇਣਾ ਤਾਂ ਉੱਥੇ ਤੁਹਾਨੂੰ ਇਹ ਸਵਾਲ ਆਊਗਾ ਹੀ ਆਊਗਾ। ਜੇ ਤੁਸੀਂ ਇੱਥੋਂ ਹੀ ਜਾਣ ਕੇ ਫੋਰਨ ਦੇ ਵਿੱਚ ਤੁਸੀਂ ਜਾਓਗੇ ਡਰਾਈਵਿੰਗ ਦਾ ਟੈਸਟ ਦਿਓਗੇ ਤਾਂ ਤੁਹਾਨੂੰ ਡਰਾਈਵਿੰਗ ਦਾ ਟੈਸਟ ਦੇਣਾ, ਉੱਥੇ ਥਿਊਰੀ ਦਾ ਟੈਸਟ ਹੋਰ ਵੀ ਸੁਖਾਲਾ ਹੋ ਜਾਊਗਾ। ਸਾਡੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ 2 ਸੈਕਿੰਡ ਅਤੇ 4 ਸੈਕਿੰਡ ਦੀ ਦੂਰੀ ਕੀ ਹੁੰਦੀ ਹੈ। ਅੱਜ ਮੈਂ ਤੁਹਾਨੂੰ 2-4 ਗੱਲਾਂ ਸਮਝਾਵਾਂਗਾ। ਅਸੀਂ ਅੱਗੇ ਚੱਲ ਰਹੇ ਵਹੀਕਲ ਤੋਂ ਅੰਦਾਜ਼ਾ ਲਾ ਸਕਦੇ ਕਿ ਸਾਡੀ ਦੂਰੀ ਸਹੀ ਹੈ। ਪਹਿਲਾਂ ਤੁਹਾਨੂੰ ਮੈਂ ਦੱਸਦਾ 2 ਸੈਕਿੰਡ 4 ਸੈਕਿੰਡ ਦੀ ਦੂਰੀ ਕੀ ਹੁੰਦੀ ਆ। ਇਹ ਟ੍ਰੈਫਿਕ ਦੇ ਨਿਯਮ ਆ। ਇਹ ਟ੍ਰੈਫਿਕ ਦੇ ਨਿਯਮ ਹੈ। ਮੰਨ ਲਓ ਹੁਣ ਦੇਖੋ ਇਹ ਬੰਦਾ ਬ੍ਰੇਕ ਲਾਉਂਦਾ ਹੈ, ਆ ਬੰਦਾ ਬ੍ਰੇਕ ਲਾਉਂਦਾ ਹੈ ਤਾਂ ਮੇਰੀ ਦੂਰੀ ਇੰਨੀ ਕੁ ਘੱਟ ਹੈ, ਟਕਰਾ ਜਾਣੀ ਆ। ਹੁਣ ਮੈਨੂੰ ਪਤਾ ਕਿਵੇਂ ਲੱਗੂਗਾ ਕਿ ਉਹ ਬੰਦਾ ਬ੍ਰੇਕ ਲਾਊਗਾ ਕਿ ਮੇਰੀ ਇੰਨੀ ਕੁ ਦੂਰੀ ਆ ਕਿ ਮੇਰੀ ਆਸਾਨੀ ਨਾਲ ਜਿਹੜੀ ਹੈਗੀ ਉਹ ਬ੍ਰੇਕ ਲੱਗ ਜਾਏ, ਮੈਂ ਕੰਟਰੋਲ ਕਰ ਲੂ। ਇਹ ਫੋਰਨ ਦਾ ਰੂਲ ਹੈ। ਇਹ 8 ਸੈਕਿੰਡ ਚ ਵਰਤਿਆ ਜਾਂਦਾ, 2 ਸੈਕਿੰਡ ਐਂਡ 4 ਸੈਕਿੰਡ। ਕਿਸੇ ਕੰਟਰੀਜ਼ ਦੇ ਵਿੱਚ 3 ਸੈਕਿੰਡ ਤੇ 6 ਸੈਕਿੰਡ ਦਾ ਵਰਤਿਆ ਜਾਂਦਾ। ਉਹ ਕੀ ਹੈ, ਮੰਨ ਲਓ ਆ ਕੋਈ ਦਰਖਤ ਹੈ, ਆ ਵਹੀਕਲ ਦਾ ਜਦੋਂ ਪਿਛਲਾ ਬੰਪਰ ਇਹਦੇ ਸਾਹਮਣੇ ਆਊਗਾ ਤਾਂ ਮੈਂ ਇੱਕ ਗੱਡੀ ਇੱਥੋਂ ਗਈ ਤਾਂ ਮੈਂ ਗਿਣਨਾ 1001 1000 ਇਜ਼ 2। ਜੇ ਤਾਂ ਮੇਰੀ ਜਿਹੜੀ ਗੱਡੀ ਹੈ ਇਸ ਪੋਲ ਦੇ ਬਿਲਕੁਲ ਬਰਾਬਰ ਹੈ, ਫਿਰ ਤਾਂ ਮੇਰਾ ਜਿਹੜਾ ਹੈਗਾ ਡਿਸਟੈਂਸ ਸਹੀ ਆ। ਪਰ ਜੇ ਮੇਰੀ ਇਹ 1000 ਇਜ਼ 1 1000 ਇਜ਼ 2 ਅੱਗੇ ਲੰਘ ਜਾਂਦੀ ਹੈ ਤਾਂ ਮੇਰਾ ਜਿਹੜਾ ਡਿਸਟੈਂਸ ਹੈ ਉਹ ਸਹੀ ਨਹੀਂ ਹੈਗਾ। ਤਾਂ ਇਸ ਕਰਕੇ ਇਸ ਡਿਸਟੈਂਸ ਨੂੰ ਸਹੀ ਕਰੋ। 4 ਸੈਕਿੰਡ ਰੂਲ ਕਿੱਥੇ ਆਉਂਦਾ ਹੈ? 4 ਸੈਕਿੰਡ ਰੂਲ ਆਉਂਦਾ ਜਦੋਂ ਕੋਈ ਐਮਰਜੈਂਸੀ ਕੰਡੀਸ਼ਨ ਹੁੰਦੀ ਹੈ, ਜਿਵੇਂ ਜ਼ਿਆਦਾ ਧੁੰਦ ਦਾ ਸਮਾਂ, ਨਾਈਟ ਦਾ ਸਮਾਂ, ਬਾਰਿਸ਼ ਆਈ ਹੋਈ ਹੈ, ਐਮਰਜੈਂਸੀ ਕੰਡੀਸ਼ਨ ਦੇ ਵਿੱਚ 4 ਸੈਕਿੰਡ ਦਾ ਰੂਲ ਹੋ ਜਾਂਦਾ। ਇਹ ਦੂਰੀ ਨੂੰ ਵਧਾਇਆ ਜਾਂਦਾ ਫਿਰ ਉੱਥੇ, ਕਿਉਂਕਿ ਆਮ ਹਾਲਾਤਾਂ ਦੇ ਵਿੱਚ ਤੇ ਐਮਰਜੈਂਸੀ ਹਾਲਾਤਾਂ ਦੇ ਵਿੱਚ ਜਦੋਂ ਬਾਰਿਸ਼ ਹੁੰਦੀ ਹੈ ਉੱਥੇ ਪਾਣੀ ਹੁੰਦਾ, ਬ੍ਰੇਕ ਵੀ ਜਿਹੜੇ ਹੈਗੇ ਨੇ ਉਹ ਸਹੀ ਨਹੀਂ ਲੱਗਦੇ। ਤਾਂ ਉੱਥੇ ਕਰਕੇ ਉਸ ਕਰਕੇ ਉਹ ਐਮਰਜੈਂਸੀ ਕੰਡੀਸ਼ਨਾਂ ਦੇ ਵਿੱਚ ਉਹ ਦੂਰੀ ਵਧਾਈ ਜਾਂਦੀ ਹੈ। ਮੈਂ ਫਿਰ ਤੁਹਾਨੂੰ ਦੁਬਾਰਾ ਦੱਸ ਦੇਣਾ, ਮੰਨ ਲਓ ਮੇਰੇ ਅੱਗੇ ਜਿਹੜੀ ਵੀ ਵਹੀਕਲ ਚੱਲ ਰਿਹਾ ਹੈ, ਆ ਸਮਝ ਲਓ ਇੱਕ ਦਰਖਤ ਹੈ, ਪੋਲ ਹੈ ਜਾਂ ਕੋਈ ਵੀ ਚੀਜ਼ ਹੈ, ਜਦੋਂ ਇਹਦਾ ਪਿਛਲਾ ਬੰਪਰ ਇੱਥੋਂ ਇਹ ਕ੍ਰੋਸ ਕਰੂਗੀ ਗੱਡੀ ਤਾਂ ਮੇਰੀ ਗੱਡੀ ਆ ਹੈ, ਮੈਂ ਗਿਣਨਾ 1001 1002। ਜੇ ਤਾਂ ਇਹਦੇ ਬਰਾਬਰ ਆ ਗਈ ਤਾਂ ਫਿਰ ਤਾਂ ਉਹ ਡਿਸਟੈਂਸ ਮੇਰਾ ਅੱਗੇ ਵਾਲੀ ਦੂਰੀ ਗੱਡੀ ਨਾਲੋਂ ਬਿਲਕੁਲ ਸਹੀ ਹੈ। ਤੇ ਜੇ ਮੇਰੀ ਗੱਡੀ ਅੱਗੇ ਲੰਘ ਜਾਂਦੀ ਹੈ
ਤਾਂ ਫਿਰ ਇਹ ਜਿਹੜਾ ਡਿਸਟੈਂਸ ਹੈ ਮੇਰਾ ਸੇਫ ਨਹੀਂ ਹੈਗਾ। ਤਾਂ ਜੋ ਬ੍ਰੇਕ ਲਾਉਂਦਾ ਤਾਂ ਮੇਰੀ ਗੱਡੀ ਉਹਦੇ ਨਾਲ ਐਕਸੀਡੈਂਟ ਹੋਣ ਦੇ ਜਿਹੜੇ ਚਾਂਸ ਨੇ ਉਹ ਬਹੁਤ ਜ਼ਿਆਦਾ ਵੱਧ ਜਾਂਦੇ ਨੇ। ਕਈ ਕੰਟਰੀਜ਼ 3 ਸੈਕਿੰਡ ਦਾ ਰੂਲ ਅਪਲਾਈ ਕਰਦੀਆਂ ਨੇ। 3 ਸੈਕਿੰਡ ਦਾ ਐ ਹੋ ਜਾਂਦਾ 1003 ਹੋ ਜਾਊਗਾ 6 ਹੋ ਜਾਊਗਾ। ਜਦੋਂ ਆਈਸੀ ਰੋਡ ਹੁੰਦਾ ਉੱਥੇ 7 ਜਾਂ 8 ਸੈਕਿੰਡ ਜਿਹੜਾ ਹੈਗਾ ਉਹ ਦੂਰੀ ਮਾਪੀ ਜਾਂਦੀ ਹੈ। ਇਹ ਤਾਂ ਦੋਸਤੋ ਉਹਨਾਂ ਲਈ ਸੀਗਾ ਜਿਹੜੇ ਇਹਨਾਂ ਨੇ ਫੋਰਨ ਦੇ ਵਿੱਚ ਟੈਸਟ ਦੇਣਾ, ਕਿਉਂਕਿ ਉੱਥੇ ਤੁਹਾਨੂੰ ਇਹ ਸਵਾਲ ਆਉਣਗੇ ਹੀ ਆਉਣਗੇ ਦੂਰੀ ਮਾਪਣੀ ਕਿਵੇਂ ਆ। ਇੰਡੀਆ ਦੇ ਵਿੱਚ ਚਲੋ ਠੀਕ ਹੈ ਇਹ ਇੰਟਰਨੈਸ਼ਨਲ ਕਾਨੂੰਨ ਹੈਗਾ, ਪਰ ਸਾਡੇ ਇੱਥੇ ਕੀ ਲਾਗੂ ਹੋਊਗਾ ਇਹ ਚੀਜ਼? ਪੰਜਾਬੀ ਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਣਾ। ਕੈਨੇਡਾ ਟਰਾਂਸਪੋਰਟ ਕਹਿੰਦਾ ਮੰਨ ਲਓ ਮੇਰੀ ਗੱਡੀ ਅੱਗੇ ਚੱਲ ਰਹੀ ਹੈ, ਮੇਰੀ ਜਿਹੜੀ ਗੱਡੀ ਅੱਗੇ ਚੱਲ ਰਹੀ ਹੈ ਮੈਨੂੰ ਕਿਵੇਂ ਪਤਾ ਲੱਗੂਗਾ? ਹੁਣ ਫੋਰਨ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਜਾਸੀ, ਉਹ ਕੀ ਕਰਦੇ ਆ ਇਹਨਾਂ ਦੋਨਾਂ ਗੱਡੀਆਂ ਦੀ ਦੂਰੀ ਦੀ ਡਿਸਟੈਂਸ ਮਾਪਦੇ ਆ। ਜੇ ਪਿੱਛੇ ਚੱਲ ਰਹੀ ਗੱਡੀ ਦੀ ਦੂਰੀ ਅੱਗੇ ਨਾਲੋਂ ਘੱਟ ਹੈ ਤਾਂ ਉਹ ਨੰਬਰ ਪਲੇਟ ਤੇ ਫਲੈਸ਼ ਮਾਰ ਕੇ ਚਲਾਨ ਕਰ ਕਰਿਆ ਜਾਂਦਾ, ਕਿਉਂਕਿ ਇਹ ਐਮਰਜੈਂਸੀ ਹਾਲਾਤ ਦੇ ਵਿੱਚ ਉਹਨਾਂ ਨੂੰ ਇਹ ਹੁੰਦਾ ਕਿ ਜੇ ਐਕਸੀਡੈਂਟ ਹੋ ਗਏ ਇਸ ਗੱਡੀ ਦੀ ਵਜ੍ਹਾ ਕਰਕੇ ਤਾਂ ਸਾਡੇ ਤੁਸੀਂ ਦੇਖੋਗੇ 50 60 ਗੱਡੀ ਆਮ ਹੀ ਕਿਉਂ ਲਾਈਕਲੀ ਵੱਜੀ ਜਾਂਦੀਆਂ ਨੇ ਤਾਂ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਇਸ ਕਰਕੇ ਉੱਥੋਂ ਦੇ ਹਾਈ ਸਪੀਡਡ ਰੋਡ ਹੈਗੇ ਨੇ ਉਹ ਇਸ ਚੀਜ਼ ਨੂੰ ਬਹੁਤ ਸਖਤੀ ਨਾਲ ਨਜਿੱਠਦੇ ਆ। ਹੁਣ ਦੂਜਾ ਜਿਹੜਾ ਹੈਗਾ ਰੂਲ ਹੈ, ਚਲੋ ਕਈ ਬੰਦਿਆਂ ਨੂੰ ਚਲੋ ਨਹੀਂ ਸਮਝ ਆਈ ਹੋਊਗੀ, ਤਾਂ ਮੈਂ ਸੈਕਿੰਡ ਨੰਬਰ ਤੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਨੂੰ ਕਿਵੇਂ ਪਤਾ ਲੱਗੂਗਾ ਕਿ ਮੇਰੀ ਅੱਗੇ ਵਾਲੀ ਗੱਡੀ ਨਾਲੋਂ ਦੂਰੀ ਸੇਫ ਹੈ। ਵੈਸੇ ਤਾਂ ਸਾਡੇ ਲੋਕ ਐਕਸਪੀਰੀਅੰਸ ਵਾਲੇ ਹੈਗੇ ਆ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਪਰ ਫਿਰ ਵੀ ਜੇ ਮੈਂ ਕਿਤਾਬਾਂ ਦੀ ਗੱਲ ਲਾਵਾਂ ਜਾਂ ਸਟੱਡੀ ਦੀ ਗੱਲ ਲਾਵਾਂ ਉਹਦੇ ਵਿੱਚ ਇਹ ਚੀਜ਼ ਬਹੁਤ ਜ਼ਿਆਦਾ ਮੈਨੇ ਕਰਦੀ ਹੈ। ਹੁਣ ਕਈ ਤਾਂ ਮੋਟਰਸਾਈਕਲ ਵਾਲੇ ਵੀ ਤੁਸੀਂ ਦੇਖ ਲਓ, ਆਹ ਕਾਰ ਚੱਲ ਰਹੀ ਹੈ ਮੋਟਰਸਾਈਕਲ ਵਾਲੇ ਵੀ ਬਿਲਕੁਲ ਨਜ਼ਦੀਕ ਹੁੰਦੇ ਨੇ। ਕਾਰ ਦੀ ਕਈ ਵਾਰੀ ਤਾਂ ਲਿਆ ਕੇ ਇਧਰੋਂ ਵਿੱਚ ਵੜਦੇ ਆ। ਬਿਲਕੁਲ ਜੀ ਬਿਲਕੁਲ। ਹੁਣ ਕਾਰ ਦੀ ਬ੍ਰੇਕ ਤੇ ਮੋਟਰਸਾਈਕਲ ਦੀ ਬ੍ਰੇਕ ਇੱਕ ਹੋ ਗਈ ਤਾਂ ਉਹ ਇੱਕਦਮ ਐਮਰਜੈਂਸੀ ਦੇ ਵਿੱਚ ਉਹ ਬ੍ਰੇਕ ਲਾਉਂਦਾ, ਇਹ ਟਕਰਾਊਗਾ ਤਾਂ ਮੌਤ ਵੀ ਇਹਦੀ ਬੰਦੇ ਦੀ ਨਿਸ਼ਚਿਤ ਹੈ। ਠੀਕ ਹੈ। ਹੁਣ ਸੈਕਿੰਡ ਨੰਬਰ ਤੇ ਦੂਰੀ ਮੇਰੀ ਕਿਵੇਂ ਮੈਨੂੰ ਪਤਾ ਲੱਗੂਗਾ? ਕੈਨੇਡਾ ਟਰਾਂਸਪੋਰਟ ਦੇ ਵਿੱਚ ਮੈਂ ਇਹ ਚੀਜ਼ ਪੜ੍ਹੀ ਸੀ, ਹੋਰ ਵੀ ਮੈਂ ਕਈ ਟਰਾਂਸਪੋਰਟਾਂ ਦੇ ਵਿੱਚ ਇਹ ਚੀਜ਼ ਪੜ੍ਹੀ ਹੋਈ ਹੈ ਕਿ ਮੇਰੇ ਕੋਈ ਵੀ ਅੱਗੇ ਕਾਰ ਚੱਲ ਰਹੀ ਹੈ ਉਹਦੀ ਸੇਫ ਡਿਸਟੈਂਸ ਮੈਨੂੰ ਪਤਾ ਕਰ ਲਈ ਕਿ ਮੇਰੀ ਉਹਦੇ ਪਿਛਲੇ ਪਿਛਲੇ ਟਾਇਰ ਬਿਲਕੁਲ ਸਾਫ਼ ਨਜ਼ਰ ਆ ਰਹੇ ਨੇ ਤੇ ਜਿਹੜੀ ਅੱਗੇ ਵਾਲੇ ਟਾਇਰ ਦੀਆਂ ਅੰਦਰ ਵਾਲੀਆਂ ਕਿਨਾਰੀਆਂ ਤੁਸੀਂ ਰੋਡ ਤੇ ਜਦੋਂ ਇਹ ਕਰੋਗੇ ਅਪਲਾਈ ਤਾਂ ਤੁਹਾਨੂੰ ਸਾਫ਼ ਸਪਸ਼ਟ ਪਤਾ ਲੱਗ ਜਾਊਗਾ ਅੱਗੇ ਵਾਲੇ ਵਹੀਕਲ ਚੱਲ ਰਹੇ ਤੇ ਪਿੱਛੇ ਵਾਲੇ ਟਾਇਰ ਤੇ ਅੱਗੇ ਵਾਲੇ ਟਾਇਰ ਦੀਆਂ ਅੰਦਰ ਵਾਲੀਆਂ ਕਿਨਾਰੀਆਂ ਜਸ ਜੀ ਤੁਹਾਨੂੰ ਸਾਫ਼ ਨਜ਼ਰ ਆ ਰਹੀਆਂ ਨੇ ਤਾਂ ਤੁਹਾਡਾ ਦੁਨੀਆ ਦਾ ਕੋਈ ਵੀ ਕਿਸੇ ਵੀ ਮੁਲਕ ਦੇ ਵਿੱਚ ਚਲੇ ਜਾਓ ਤੁਹਾਡੀ ਉਸ ਦੂਰੀ ਦੀ ਵਜ੍ਹਾ ਕਰਕੇ ਤੁਹਾਡਾ ਚਲਾਨ ਨਹੀਂ ਹੋਊਗਾ ਕਿਉਂਕਿ ਤੁਹਾਡੀ ਦੂਰੀ ਬਿਲਕੁਲ ਸੇਫ ਹੈ। ਪਿੱਛੇ ਵਾਲੇ ਟਾਇਰ ਸਾਫ਼ ਨਜ਼ਰ ਆ ਰਹੇ ਨੇ ਤੇ ਅੱਗੇ ਵਾਲੇ ਟਾਇਰ ਦੀਆਂ ਕਿਨਾਰੀਆਂ ਸਾਫ਼ ਨਜ਼ਰ ਆ ਰਹੀਆਂ ਤਾਂ ਉਹ ਤੁਹਾਡਾ ਬਹੁਤ ਸੇਫ ਡਿਸਟੈਂਸ ਹੈ। ਹੁਣ ਪੰਜਾਬੀ ਦੇ ਵਿੱਚ ਜੀ ਉਹ ਬ੍ਰੇਕ ਲਾਉਂਦਾ ਹੈ ਐਮਰਜੈਂਸੀ ਦੇ ਵਿੱਚ ਤੁਹਾਡੇ ਕੋਲ ਇੰਨਾ ਕੁ ਡਿਸਟੈਂਸ ਹੈ ਤੁਸੀਂ ਉਸ ਦੇ ਵਿੱਚ ਆਸਾਨੀ ਨਾਲ ਆਪਣਾ ਜਿਹੜਾ ਹੈਗਾ ਉਹ ਵਹੀਕਲ ਰੋਕ ਸਕਦੇ ਹੋ। ਸੈਕਿੰਡ ਰੂਲ ਇਹ ਹੈ ਪਿੱਛੇ ਵਾਲੇ ਟਾਇਰ ਤੇ ਅੱਗੇ ਵਾਲੇ ਟਾਇਰ ਦੀਆਂ ਕਿਨਾਰੀਆਂ। ਹੁਣ ਕਈ ਵਾਰ ਹੈਵੀ ਵਹੀਕਲ ਆ ਜਾਂਦੇ ਆ ਉਹਨਾਂ ਦੇ ਟਾਇਰ ਤਾਂ ਵੀ ਸਪਸ਼ਟ ਨਜ਼ਰ ਆ ਰਹੇ ਹੁੰਦੇ ਨੇ ਬਿਲਕੁਲ ਤਾਂ ਕੋਈ ਵੀ ਵਹੀਕਲ ਹੈ ਚਾਹੇ ਉਹ ਕਾਰ ਹੈ ਚਾਹੇ ਉਹ ਹੈਵੀ ਵਹੀਕਲ ਹੈ ਅਗਰ ਉਹਨਾਂ ਦੇ ਸਾਈਡ ਸ਼ੀਸ਼ੇ ਜੇ ਸਾਨੂੰ ਸਾਫ਼ ਨਜ਼ਰ ਆ ਰਹੇ ਨੇ ਅੱਗੇ ਚੱਲ ਰਹੇ ਵਹੀਕਲ ਦੇ ਤਾਂ ਸਮਝ ਲਓ ਉਹ ਵੀ ਸਾਡਾ ਸੇਫ ਡਿਸਟੈਂਸ ਹੈ। ਅਸੀਂ ਜਿੰਨਾ ਵਹੀਕਲ ਨਜ਼ਦੀਕ ਲੈ ਕੇ ਜਾਵਾਂਗੇ ਤਾਂ ਉਹਦੇ ਸ਼ੀਸ਼ੇ ਸਾਨੂੰ ਦੋਨਾਂ ਸਾਈਡਾਂ ਦੇ ਨਜ਼ਰ ਨਹੀਂ ਆਉਣਗੇ ਪਰ ਜਦੋਂ ਅਸੀਂ ਸੇਫ ਡਿਸਟੈਂਸ ਵਰਤਾਂਗੇ ਤਾਂ ਸਾਨੂੰ ਜਿਹੜੇ ਉਹਦੇ ਫਰੰਟ ਵਾਲੇ ਸ਼ੀਸ਼ੇ ਨੇ ਚਾਹੇ ਕਾਰ ਹੈ ਜੋ ਵੀ ਵਹੀਕਲ ਹੈ ਉਹਦੇ ਸਾਨੂੰ ਸਾਈਡ ਸ਼ੀਸ਼ੇ ਬਿਲਕੁਲ ਜਿਹੜੇ ਹੈਗੇ ਨੇ ਉਹ ਸਾਫ਼ ਨਜ਼ਰ ਆਉਣਗੇ ਬਿਲਕੁਲ ਸਹੀ ਤਰੀਕੇ ਨਾਲ। ਹੁਣ ਕਾਰ ਵਾਲਾ ਜਿਹੜਾ ਮੈਂ ਰੂਲ ਅਪਲਾਈ ਕੀਤਾ ਸੀ ਅੱਗੇ ਕਾਰ ਚੱਲ ਰਹੀ ਤੁਸੀਂ ਕਰਕੇ ਦੇਖੋ ਰੂਲ ਅਪਲਾਈ ਜੇ ਤਾਂ ਵਹੀਕਲ ਤੋਂ ਦੂਰੀ ਅੱਗੇ ਲਈ ਘੱਟ ਹੋਊਗੀ ਪਿੱਛੇ ਵਾਲੇ ਟਾਇਰ ਵੀ ਤੁਹਾਨੂੰ ਸਾਫ਼ ਨਜ਼ਰ ਨਹੀਂ ਆਉਣਗੇ। ਜਦੋਂ ਤੁਸੀਂ ਦੂਰੀ ਬਣਾਓਗੇ ਤੁਹਾਨੂੰ ਪਿਛਲੇ ਟਾਇਰ ਵੀ ਤੇ ਅੱਗੇ ਵਾਲੇ ਟਾਇਰ ਦੀਆਂ ਜਿਹੜੀਆਂ ਕਿਨਾਰੀਆਂ ਨੇ ਉਹ ਬਿਲਕੁਲ ਜਿਹੜੀਆਂ ਹੈਗੀਆਂ ਨੇ ਸਾਫ਼ ਨਜ਼ਰ ਆਉਣਗੀਆਂ। ਜੇ ਉਹ ਐਮਰਜੈਂਸੀ ਦੇ ਵਿੱਚ ਬੰਦਾ ਬ੍ਰੇਕ ਲਾਉਂਦਾ ਤੁਹਾਡੇ ਕੋਲ ਇੰਨਾ ਕੁ ਸਮਾਂ ਹੈਗਾ ਕੰਟਰੋਲ ਕਰ ਸਕਦੇ ਹੋ ਆਪਣੇ ਵਹੀਕਲ ਨੂੰ ਉਸ ਦੂਰੀ ਦੇ ਵਿੱਚ ਆਸਾਨੀ ਨਾਲ ਕੰਟਰੋਲ ਕਰ ਸਕਦੇ ਹੋ। ਤੀਸਰਾ ਮੈਂ ਇੱਕ ਹੋਰ ਕਿਸੇ ਕੰਟਰੀ ਦੀ ਹੈਂਡਬੁੱਕ ਜਿਹੜੀ ਬੁੱਕ ਦੇ ਵਿੱਚ ਪੜ੍ਹਿਆ ਸੀਗਾ ਕਿ ਮੰਨ ਲਓ ਅੱਗੇ ਕੋਈ ਟਰੱਕ ਜਾਂ ਬੱਸ ਚੱਲ ਰਹੀ ਆ ਉੱਪਰ ਵਾਲੀ ਉਹਦੀ ਬਾਡੀ ਆ ਇਸ ਦੀ ਉੱਪਰ ਵਾਲੀ ਬਾਡੀ ਤੋਂ ਸਾਹਮਣੇ ਵਾਲਾ ਸਮਾਨ ਤੁਹਾਨੂੰ ਸਾਫ਼ ਨਜ਼ਰ ਆ ਰਿਹਾ ਅੱਛਾ ਤਾਂ ਬਿਲਕੁਲ ਸੇਫ ਡਿਸਟੈਂਸ ਹੈ। ਜੇ ਤੁਸੀਂ ਇੱਕ ਜਿਵੇਂ ਕਾਰ ਹੈ ਇੱਥੇ ਆਓਗੇ ਉੱਪਰ ਵਾਲਾ ਸਮਾਨ ਸਾਫ਼ ਨਜ਼ਰ ਨਹੀਂ ਆਉਣਾ ਸਾਹਮਣੇ ਵਾਲਾ ਸਮਾਨ ਆਊਗਾ ਪਰ ਸਾਹਮਣੇ ਵਾਲਾ ਨਹੀਂ ਆਊਗਾ
ਤੇ ਇਸ ਕਰਕੇ ਜੇ ਤੁਹਾਨੂੰ ਸਾਹਮਣੇ ਵਾਲਾ ਸਮਾਨ ਸਾਫ਼ ਨਜ਼ਰ ਆ ਰਿਹਾ ਤਾਂ ਇਹ ਤੁਹਾਡੀ ਬਿਲਕੁਲ ਜਿਹੜੀ ਹੈਗੀ ਹੈ ਇਹ ਸੇਫ ਡਿਸਟੈਂਸ ਹੈ। ਤੁਹਾਡਾ ਕੋਈ ਵੀ ਵਰਲਡ ਦਾ ਕੋਈ ਵੀ ਕੈਮਰਾ ਤੁਹਾਡਾ ਚਲਾਨ ਨਹੀਂ ਕਰ ਸਕਦਾ ਇੱਥੇ। ਅੱਛਾ, ਇਹ ਚੀਜ਼ਾਂ ਦਾ ਜਿਹੜਾ ਮੁੱਖ ਧਿਆਨ ਰੱਖਣਾ ਪੈਣਾ, ਇਹ ਮੁੱਖ ਧਿਆਨ ਰੱਖਣਾ ਪੈਣਾ। ਮੈਂ ਅੱਜ ਤੋਂ ਸਮਝ ਲਓ ਤੁਸੀਂ ਇਹ ਸਾਡੀ ਮੁਹਿੰਮ ਸ਼ੁਰੂਆਤ ਹੋ ਗਈ ਹੈ ਅੱਜ ਤੋਂ। ਮੈਂ ਤਾਂ ਇਸ ਇੰਟਰਵਿਊ ਦੇ ਵਿੱਚ ਕਰ ਰਿਹਾ। ਪਹਿਲਾਂ ਤਾਂ ਜੋ ਸਾਡੀ ਇੰਟਰਵਿਊ ਸੀਗੀਆਂ ਉਹ ਅਸੀਂ ਬੇਸਿਕ ਜਿਹੜੀ ਨੌਲੇਜ ਹੈ ਜਾਂ, ਪਰ ਅੱਜ ਤੋਂ ਅਸੀਂ ਜਿਹੜਾ ਹੈਗਾ RMB ਟੈਲੀਵਿਜ਼ਨ ਤੇ ਅਸੀਂ ਜਿੰਨੇ ਵੀ ਵਰਲਡ ਦੇ ਵਿੱਚ ਟੈਸਟ ਹੋਣਗੇ ਤੁਹਾਨੂੰ ਹਰ ਇੱਕ ਟੈਸਟ ਬਾਰੇ ਸਮੇਂ-ਸਮੇਂ ਤੇ ਇੰਟਰਵਿਊ ਦੇ ਵਿੱਚ ਜਾਣਕਾਰੀ ਦਿਆਂਗੇ। ਇਹ ਮੇਰੇ ਕੁਝ ਦੋਸਤਾਂ ਦੇ ਮੈਨੂੰ ਸਵਾਲ ਆਏ ਸੀਗੇ ਕਿ ਜਿਹੜੀ ਡਿਸਟੈਂਸ ਹੈ ਉਹ ਕਿਵੇਂ ਫੋਲੋ ਕਰਨੀ ਹੈ ਅਸੀਂ, ਤਾਂ ਇਹਦੇ ਨਾਲ ਤੁਸੀਂ ਆਪਣੇ ਆਪ ਨੂੰ ਵੀ ਬਚਾ ਸਕਦੇ ਹੋ ਤੇ ਕੋਈ ਬਾਹਰ ਜਾ ਕੇ ਟੈਸਟ ਦੇਣਾ ਉਹ ਵੀ ਤੁਸੀਂ ਆਸਾਨੀ ਨਾਲ ਜਿਹੜਾ ਹੈਗਾ ਇਹ ਡਿਸਟੈਂਸਾਂ ਦੇ ਵਿੱਚ ਤੁਸੀਂ ਆਸਾਨੀ ਨਾਲ ਸਮਝ ਸਕਦੇ ਹੋ। ਅੱਛਾ, ਜਿਹੜਾ ਬੰਦਾ ਫੋਰਨ ਦੇ ਵਿੱਚ ਜਾ ਕੇ ਟੈਸਟ ਦਿੰਦਾ, ਇਸ ਦੇ ਬਾਬਤ ਟੇਲ ਗੇਟਿੰਗ ਦੇ ਬਾਬਤ ਕਿੱਦਾਂ ਦੇ ਸਵਾਲ ਉਹਨੂੰ ਆ ਸਕਦੇ ਆ, ਕਿਹੜੇ ਸਵਾਲ ਹੁੰਦੇ? ਬਸ ਇਹੀ ਦੂਰੀ ਬਾਰੇ ਹੈ ਕਿ ਤੁਸੀਂ ਦੂਰੀ ਕਿਵੇਂ ਮਾਪੋਗੇ, ਤੁਹਾਨੂੰ ਕਿਵੇਂ ਪਤਾ ਲੱਗੂਗਾ ਜੋ ਐਮਰਜੈਂਸੀ ਬ੍ਰੇਕ ਲਾਉਂਦਾ ਹੈ ਜਾਂ ਕੁਝ ਵੀ ਹੈ, ਇਦਾਂ ਦੇ ਜਿਹੜੇ ਹੈਗੇ ਨੇ ਕੁਐਸਚਨ ਹੋਣਗੇ। ਆਖਿਰਕਾਰ ਤੁਹਾਨੂੰ ਕੈਨੇਡਾ ਦੀ ਮੈਂ ਗੱਲ ਸੁਣਾਉਣਾ, ਜੇ ਕੋਈ ਵਹੀਕਲ ਪਿੱਛੋਂ ਲਿਆ ਕੇ ਕਿਸੇ ਦੇ ਵਹੀਕਲ ਮਾਰਦਾ ਹੈ ਤਾਂ ਇਸ ਵਹੀਕਲ ਵਾਲੇ ਦਾ ਉਹ ਬਹੁਤ ਜ਼ਿਆਦਾ ਯਾਨੀ ਕਿ ਚਲਾਨ ਤੇ ਉਹਦੀਆਂ ਮੈਂ ਸੁਣਿਆ ਇੱਥੋਂ ਤੱਕ ਕਿ ਸੁਣਿਆ ਕਿ ਉਹਨੂੰ ਜਿਹੜੀਆਂ ਜੇ ਕੋਈ ਬੰਦਾ ਪੱਕਾ ਉੱਥੇ ਉਹਦਾ ਪਰਮਾਨੈਂਟ ਹੈ ਤਾਂ ਉਹਨੂੰ ਜਿਹੜੀਆਂ ਮਿਲਣ ਵਾਲੀਆਂ ਜਿਹੜੀਆਂ ਵੀ ਸੁਵਿਧਾਵਾਂ ਨੇ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਉਹ ਲੋਕ ਕਟੌਤੀ ਕਰਦੇ, ਤਾਂ ਹੀ ਜਸ ਵੀਰ ਉੱਥੇ ਐਕਸੀਡੈਂਟ ਨਹੀਂ ਹੁੰਦੇ, ਬਹੁਤ ਘੱਟ ਹੁੰਦੇ ਨੇ। ਸਾਡੇ ਇੰਡੀਆ ਦੇ ਵਿੱਚ ਐਕਸੀਡੈਂਟ ਹੋਣ ਦਾ ਕਾਰਨ ਹੀ ਇਹੀ ਹੈ ਕਿ ਸਾਡੇ ਜਿਹੜੇ ਹੈਗੇ ਨੇ ਰੂਲ ਐਂਡ ਰੈਗੂਲੇਸ਼ਨ ਨੂੰ ਛਿੱਕੇ ਟੰਗਿਆ ਜਾਂਦਾ, ਪਰ ਹੁਣ ਸਮਾਂ ਬਦਲ ਰਿਹਾ ਬਿਲਕੁਲ। ਅੱਛਾ, ਇੱਕ ਚੀਜ਼ ਹੋਰ ਦੱਸੋ, ਜਿਵੇਂ ਤੁਸੀਂ ਧੁੰਦ ਦੀ ਆਪਾਂ ਗੱਲ ਕੀਤੀ ਸੀ ਕਿ ਜਦੋਂ ਧੁੰਦ ਦੇ ਵਿੱਚ ਇਹ ਚੀਜ਼ਾਂ ਜ਼ਿਆਦਾ ਹੁੰਦੀਆਂ ਨੇ, ਪਰ ਜਦੋਂ ਧੁੰਦ ਦੇ ਵਿੱਚ ਬੰਦਾ ਇਸ ਡਿਸਟੈਂਸ ਨੂੰ ਕਿਵੇਂ ਦੇਖ ਪਾਊਗਾ? ਨਾ ਤਾਂ ਦੇਖੋ ਉਦੋਂ ਉੱਪਰਲੀ ਸਾਈਡ ਦਿਸਣੀ ਆ, ਨਾ ਉਦੋਂ ਸਾਈਡ ਤੁਹਾਨੂੰ ਸ਼ੀਸ਼ੇ ਦਿਸਣੇ ਆ, ਨਾ ਤੁਹਾਨੂੰ ਉਦੋਂ ਟਾਇਰ ਦਿਸਣੇ ਆ, ਤਾਂ ਫਿਰ ਉਦੋਂ ਬੰਦਾ ਕਿਵੇਂ ਡਿਸਟੈਂਸ ਨੂੰ ਆਪਣੇ ਨੂੰ ਦੇਖੂਗਾ ਕਿ ਮੇਰੇ ਤੋਂ ਜਿਹੜਾ ਅਗਲਾ ਬੰਦਾ ਕਿੰਨੀ ਕੁ ਦੂਰੀ ਤੇ ਹੈ? ਕਿਉਂਕਿ ਉਹ ਤਾਂ ਇੱਕ ਹੋਰ ਚੀਜ਼ ਹੁੰਦੀ ਆ, ਜੇਕਰ ਇੱਕ ਦੀਆਂ ਲਾਈਟਾਂ ਚੱਲਦੀਆਂ ਹੁੰਦੀਆਂ ਨੇ ਤਾਂ ਮੇਰੇ ਵਰਗਾ ਪਿੱਛੇ ਗੱਡੀ ਲਾ ਲੈਂਦਾ ਕਿ ਯਾਰ ਇਹ ਦੀਂਦਾ, ਇਹਦੇ ਬਹਾਨੇ ਮੈਂ ਵੀ ਤੁਰਿਆ ਜਾਊਂਗਾ, ਬਠਿੰਡੇ ਤੱਕ ਪਹੁੰਚ ਜਾਊਂਗਾ, ਤੇ ਫਿਰ ਉਦੋਂ ਕੀ ਕਰਾਂਗੇ? ਦੇਖੋ ਜਿਹੜੇ ਵਹੀਕਲ ਦੀ ਤਾਂ ਲਾਈਟਾਂ ਚੱਲਦੀਆਂ ਨੇ ਉੱਥੋਂ ਤੋਂ ਤਾਂ ਲਾਈਟਾਂ ਤੋਂ ਹੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਮਤਲਬ ਜਿਹੜੀਆਂ ਹੈਗੀਆਂ ਪਿੱਛੇ ਵਾਲੀ ਟੇਲ ਲਾਈਟ ਚੱਲ ਰਹੀ ਹੈ, ਅਸੀਂ ਟੇਲ ਲਾਈਟ ਤੋਂ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਅੱਗੇ ਜਿਹੜਾ ਵਹੀਕਲ ਚੱਲ ਰਿਹਾ ਉਹ ਕਿੰਨੀ ਕੁ ਦੂਰੀ ਤੇ ਹੈਗਾ। ਕਿਉਂਕਿ ਦੇਖੋ ਅਸੀਂ ਧੁੰਦ ਦੇ ਵਿੱਚ ਜ਼ਿਆਦਾ ਸਪੀਡ ਦੇ ਵਿੱਚ ਨਹੀਂ ਚੱਲ ਰਹੇ ਹੁੰਦੇ, ਅਸੀਂ ਧੁੰਦ ਦੇ ਵਿੱਚ ਜ਼ਿਆਦਾ ਸਪੀਡ ਤੇ ਨਹੀਂ ਚੱਲ ਰਹੇ ਹੁੰਦੇ ਨੇ, ਪਰ ਉਹਦੇ ਵਿੱਚ ਕੀ ਹੈਗਾ ਕਿ ਅਸੀਂ ਜੇ ਉਹਦੇ ਦੇਖ ਕੇ ਜਿਹੜੀ ਟੇਲ ਲਾਈਟ ਹੁੰਦੀ ਆ, ਟੇਲ ਲਾਈਟ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਗੱਡੀ ਕਿੰਨੀ ਕੁ ਸਾਡੇ ਤੋਂ ਅੱਗੇ ਦੂਰੀ ਦੇ ਵਿੱਚ ਹੈਗੀ। ਅਸੀਂ ਉਹਨੂੰ ਮੀਟਰਾਂ ਦੇ ਵਿੱਚ ਵੀ ਜਿਹੜਾ ਹੈਗਾ ਕਨਵਰਟ ਕਰ ਸਕਦੇ ਹਾਂ। ਪਰ ਕਦੇ ਵੀ ਹੁਣ 4 ਲੇਨਸ ਤੇ 6 ਲੇਨ ਦੇ ਵਿੱਚ ਮੋਸਟਲੀ ਐਕਸੀਡੈਂਟ ਹੋਣ ਦਾ ਕਾਰਨ ਹੀ ਇਹੀ ਆ ਕਿ ਜਦੋਂ ਇੱਕ ਐਕਸੀਡੈਂਟ ਹੁੰਦਾ ਤਾਂ ਉਹਦੇ ਪਿੱਛੇ ਕਿਉਂ ਲਾਈਕਲੀ ਜਿਹੜੇ ਹੈਗੇ ਨੇ ਉਹ ਐਕਸੀਡੈਂਟ ਹੁੰਦੇ ਰਹਿੰਦੇ ਆ। ਹੁਣ ਤੁਸੀਂ ਇਹ ਦੇਖੋ, ਇੱਕ ਯਮਨਾ ਐਕਸਪ੍ਰੈਸਵੇ ਦੀ ਸ਼ਾਇਦ ਤੱਕ ਕਿ ਇੱਕ ਵੀਡੀਓ ਆਈ ਸੀਗੀ, ਧੁੰਦ ਦੇ ਵਿੱਚ ਐਕਸੀਡੈਂਟ ਹੋਇਆ ਤੇ ਸੈਕਿੰਡ ਨੰਬਰ ਤੇ ਬਠਿੰਡੇ ਵੀ ਤੁਸੀਂ ਦੇਖਿਓ ਸਕੂਲ ਬੱਸ ਦੇ ਵਿੱਚ ਜਿਹੜੀ ਹੈਗੀ ਉਹ ਬੱਚਿਆਂ ਦੀ ਡੈਥ ਹੋਈ ਸੀ, ਉਹ ਪੁਲ ਦੇ ਉੱਪਰ ਖਰਾਬ ਹੋਇਆ ਸੀਗਾ। ਹੁਣ ਧੁੰਦ ਦੇ ਉੱਪਰ ਇੱਕ ਬੱਸ ਖਰਾਬ ਹੁੰਦੀ ਆ, ਪਿੱਛੇ ਜਿਹੜਾ ਹੈਗਾ ਸੀ ਟਰੱਕ ਆਉਂਦਾ ਸੀ, ਟਰੱਕ ਬੱਚਿਆਂ ਨੂੰ ਮਿਕਸਰ ਵਾਲਾ ਟਰੱਕ ਜਿਹੜਾ ਹੈਗਾ ਉਹ ਜਾ ਕੇ ਵੱਜਿਆ। ਹੁਣ ਮੈਂ ਤੁਹਾਨੂੰ ਦੱਸਦਾ ਜਿਹੜੀ ਸ਼ਾਇਦ ਤੱਕ ਯਮਨਾ ਐਕਸਪ੍ਰੈਸ ਦੀ ਸੀਗੀ ਉਹ ਵੀਡੀਓ। ਹੁਣ ਦੇਖੋ ਉਹਦੇ ਵਿੱਚ 2-4 ਬੰਦੇ ਸਿਆਣੇ ਹੁੰਦੇ ਉਹ ਜਿਹੜੀ ਪਿੱਛੇ ਵੱਜ ਰਹੇ ਨੇ, ਹੁਣ ਸਾਰੀ ਵੀਡੀਓ ਬਣਾਉਣ ਦੇ ਵਿੱਚ ਤਾਂ ਮਸਰੂਫ ਨੇ, ਪਰ ਵੀਡੀਓ ਬਣਾਉਣ ਨੂੰ ਇਹ ਨਹੀਂ ਪਤਾ ਕਿ ਇਹ ਜਿਹੜੀਆਂ ਗੱਡੀਆਂ ਆਪਸ ਦੇ ਵਿੱਚ ਵੱਜੀ ਜਾਂਦੇ ਨੇ ਅਸੀਂ ਇਹਨਾਂ ਨੂੰ ਰੋਕ ਵੀ ਸਕਦੇ ਹਾਂ। ਉਹਨਾਂ ਦੇ ਵਿੱਚੋਂ 2 ਵੀ ਕੋਈ ਸਿਆਣੇ ਬੰਦੇ ਹੁੰਦੇ ਉਹ ਵੀਡੀਓ ਛੱਡ ਕੇ ਕੋਈ ਸ਼ਾਇਦ ਤੱਕ ਕਿ 100 ਮੀਟਰ 200 ਮੀਟਰ ਪਿੱਛੇ ਜਾ ਕੇ ਕੋਈ ਕੱਪੜਾ ਲੈ ਕੇ ਤਾਂ ਆ ਰਹੇ ਵਹੀਕਲਾਂ ਨੂੰ ਇਸ ਤਰ੍ਹਾਂ ਸਾਈਨ ਦਿੰਦੇ, ਸ਼ਾਇਦ ਤੱਕ ਕਿ ਉਹ ਐਕਸੀਡੈਂਟ ਹੋਣ ਤੋਂ ਜਿਹੜੇ ਹੈਗੇ ਨੇ ਉਹ ਬਚ ਜਾਂਦੇ। ਹੁਣ ਜਦੋਂ ਵੀ ਕੋਈ ਵਹੀਕਲ ਖਰਾਬ ਹੋ ਜਾਂਦਾ, ਮੈਂ ਤੁਹਾਨੂੰ ਪਿਛਲੀ ਇੰਟਰਵਿਊ ਦੱਸਿਆ ਸੀ ਜਿਹੜਾ ਰਿਫਲੈਕਟਰ ਮਿਲਦਾ ਉਹ 50 ਮੀਟਰ ਦੂਰੀ ਤੇ ਕਿਉਂ ਲਗਾਇਆ ਜਾਂਦਾ, ਉਹ ਇਸੇ ਕਰਕੇ ਲਾਇਆ ਜਾਂਦਾ ਭਾਵੇਂ ਧੁੰਦ ਹੈ, ਵਿਜ਼ਿਬਿਲਿਟੀ 0 ਹੈ, ਪਰ ਜਿਹੜੀ ਅੱਗੇ ਵਹੀਕਲ ਖੜਾ ਹੈ ਉਹ ਹਾਲੇ ਵੀ ਸਾਡੇ 50 ਮੀਟਰ ਅੱਗੇ ਖੜਾ ਹੈ ਨਾ, ਅਸੀਂ ਉਸ ਨੂੰ ਆਸਾਨੀ ਨਾਲ ਜਿਹੜਾ ਹੈਗਾ ਰੋਕ ਸਕਦੇ ਹਾਂ, ਕੰਟਰੋਲ ਕਰ ਸਕਦੇ ਹਾਂ। ਬਿਲਕੁਲ ਅਸੀਂ ਉਹਨੂੰ ਰੋਕ ਸਕਦੇ ਹਾਂ, ਅੱਗੇ ਚੱਲ ਰਹੇ ਵਹੀਕਲ ਨੂੰ ਅਸੀਂ ਆਸਾਨੀ ਨਾਲ ਰੋਕ ਸਕਦੇ ਹਾਂ। ਅੱਛਾ, ਇੱਕ ਚੀਜ਼ ਮੈਨੂੰ ਹੋਰ ਦੱਸਿਓ ਕਿ ਜਿੱਦਾਂ ਹੁਣ ਜੇ ਕਿਸੇ ਸਪੀਡ ਜਿਹੜੀ ਆ ਉਹ 120 ਦੀ ਆ ਤਾਂ ਉਹ ਕਿੰਨਾ ਸਮਾਂ ਲਊਗੀ, ਜਿਹੜੀ ਕਾਰ ਆ ਉਹ ਰੋਕਣ ਦੇ ਲਈ ਕਿੰਨਾ ਸਮਾਂ ਲਊਗੀ? ਅਪਰੋਕਸੀਮੇਟਲੀ ਜਿਹੜਾ ਹੈਗਾ ਉਹ ਸਾਰੇ ਮੈਂ ਤੁਹਾਨੂੰ ਡਿਸਟੈਂਸ ਮੰਨ ਕੇ ਪਰਸੈਪਸ਼ਨ, ਰਿਐਕਸ਼ਨ, ਬ੍ਰੇਕ ਲੈਗ, ਬ੍ਰੇਕ ਡਿਸਟੈਂਸ ਜਿਹੜੀ ਇੱਕ ਕਾਰ ਹੈ ਘੱਟੋ ਘੱਟ ਜ਼ਿਆਦਾ ਨਹੀਂ ਤਾਂ 110 ਤੇ 115 ਮੀਟਰ ਜਿਹੜਾ ਹੈਗਾ ਉਹ ਸਮਾਂ ਲਊਗੀ।
ਅੱਛਾ, ਘੱਟੋ ਘੱਟ ਜੇਕਰ 120 ਦੀ ਸਪੀਡ ਤੇ 120 ਦੀ 110 100 ਤੋਂ ਪਲੱਸ ਹੈਗੀ ਆ, ਘੱਟੋ ਘੱਟ ਜਿਹੜਾ ਹੈਗਾ 110 115 ਜਿਹੜਾ ਹੈਗਾ ਮੀਟਰ ਦਾ ਉਹ ਸਮਾਂ ਲਊਗੀ। ਅੱਛਾ, ਇੱਕ ਚੀਜ਼ ਮੈਨੂੰ ਹੋਰ ਦੱਸਿਓ, ਜਿੱਦਾਂ ਹੁਣ ਅਸੀਂ ਓਵਰਟੇਕ ਕਰਨਾ ਹੈ, ਜੇਕਰ ਕਿਸੇ ਨੂੰ ਵੀ ਅਸੀਂ ਓਵਰਟੇਕ ਕਰਨਾ ਤਾਂ ਓਵਰਟੇਕ ਕਰਨ ਦਾ ਸਹੀ ਤਰੀਕਾ ਕੀ ਹੋਣਾ ਚਾਹੀਦਾ ਹੈ? ਓਵਰਟੇਕ ਕਰਨ ਦਾ ਰੂਲ ਸਭ ਤੋਂ ਬਹੁਤ ਵਧੀਆ ਸਵਾਲ ਕੀਤਾ, ਬਹੁਤ ਵਧੀਆ ਸਵਾਲ ਕੀਤਾ। ਸਾਡੇ ਇੰਡੀਆ ਦੇ ਵਿੱਚ ਕੀ ਆ, ਰੇਸ ਲੱਗ ਜਾਂਦੀ ਹੈ ਇੱਕ, ਬਿਲਕੁਲ ਲੱਗਦੀ ਠੀਕ ਹੈ। ਹੁਣ ਮੈਂ ਕੀ ਹੁੰਦਾ ਕਿ ਸਾਡੇ ਜਦੋਂ ਇਹ ਮੈਨੂੰ ਹਾਰਨ ਦਿੱਤਾ ਬੰਦੇ ਨੂੰ ਕਿ ਮੈਨੂੰ ਤੁਹਾਨੂੰ ਓਵਰਟੇਕ ਕਰਨਾ, ਸਿੰਗਲ ਰੋਡ ਹੈ, ਮੰਨ ਲਓ ਸਿੰਗਲ ਰੋਡ ਹੈ, ਇਹ ਬੰਦੇ ਨੇ ਇਸ਼ਾਰਾ ਕਰਤਾ ਲੰਘ ਜਾ, ਪਰ ਜਦੋਂ ਮੈਂ ਇਹਦੇ ਬਰਾਬਰ ਆਊਂਗਾ ਮੈਨੂੰ ਓਵਰਟੇਕ ਨਹੀਂ ਕਰ ਸਕਦਾ। ਮੰਨ ਲਓ ਕਾਰ ਹੈ ਜਾਂ ਕੋਈ ਵਹੀਕਲ ਹੈ, ਜਾਂ ਕਈ ਵਾਰ ਨਾ ਤੁਸੀਂ ਦੇਖਿਆ ਹੋਊਗਾ ਟਰੱਕਾਂ ਦੇ ਜਿਹੜੇ ਟਰੱਕ ਨੇ ਉਹ ਕਈ ਕਿਲੋਮੀਟਰ ਐਂ ਹੀ ਚੱਲੀ ਜਾਂਦੇ ਹੁੰਦੇ ਆ ਨਾਲੋਂ ਨਾਲ, ਪਿੱਛੇ ਕਾਰਾਂ ਹੁੰਦੀਆਂ, ਕਾਰਾਂ ਵਾਲਿਆਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ, ਉਹ ਕਈ ਮੀਟਰ ਉਹਨਾਂ ਨੂੰ ਪਿੱਛੇ ਚੱਲਣਾ ਪੈਂਦਾ। ਉਹ ਕੀ ਹੁੰਦਾ, ਮੰਨ ਲਓ ਜਿਹੜਾ ਰੂਲ ਹੈ, ਰੂਲ ਇਹ ਹੈ ਕਿ ਮੈਂ ਜਦੋਂ ਮੈਨੂੰ ਕੋਈ ਵਹੀਕਲ ਓਵਰਟੇਕ ਕਰ ਰਿਹਾ, ਰੇਸ ਤੋਂ ਪੈਰ ਚੱਕ ਲਓ। ਜਿਹੜਾ ਬੰਦੇ ਜਿਹੜਾ ਵਹੀਕਲ ਓਵਰਟੇਕ ਕਰ ਰਿਹਾ ਉਹਨੂੰ ਉਹ ਰੇਸ ਤੋਂ ਪੈਰ ਨਹੀਂ, ਉਹਨੂੰ ਲੰਘਣ ਦਿਓਗੇ। ਜਿਹੜਾ ਸਾਈਡ ਤੇ ਚੱਲ ਰਿਹਾ, ਜਿਹਨੇ ਸਾਈਡ ਦਿੱਤੀ ਆ, ਉਹਦਾ ਰੂਲ ਹੈ ਉਹਨੂੰ ਆਪਣੀ ਰੇਸ ਤੋਂ ਪੈਰ ਚੱਕ ਲੈਣਾ ਚਾਹੀਦਾ। ਜਦੋਂ ਆਪਣੀ ਰੇਸ ਤੋਂ ਪੈਰ ਚੱਕ ਲੂਗਾ ਉਹ, ਤਾਂ ਇਹਨੂੰ ਸੈਕਿੰਡਾਂ ਦੇ ਵਿੱਚ ਹੀ ਪਾਰ ਕਰ ਜਾਊਗਾ। ਪਰ ਜਦੋਂ ਇਹ ਬੰਦਾ ਆਪਦੀ ਰੇਸ ਤੋਂ ਪੈਰ ਨਹੀਂ ਚੱਕੂਗਾ, ਫਿਰ ਬਾਈ ਜੀ ਇਹਨਾਂ ਦੇ ਵਿੱਚ ਜਿਹੜੀ ਹੈਗੀ ਉਹ ਰੇਸ ਲੱਗ ਜੂਗੀ, ਤੇ ਉਹ ਕਿਤੇ ਨਾ ਕਿਤੇ ਹਾਦਸੇ ਦਾ ਕਾਰਨ ਵੀ ਬਣ ਸਕਦਾ। ਮੈਂ ਕਹਿੰਦਾ ਜੀ ਜਿਹੜੇ ਸਿੰਗਲ ਰੋਡ ਨੇ, ਸਿੰਗਲ ਰੋਡ ਤਾਂ ਸਿੰਗਲ ਰੋਡਾਂ ਤੇ ਮੋਸਟਲੀ ਜਿਹੜੇ ਐਕਸੀਡੈਂਟਾਂ ਹੋਣ ਦਾ ਕਾਰਨ ਹੈ, ਬਹੁਤ ਜ਼ਿਆਦਾ ਫੈਕਟਰ ਜਿਹੜਾ ਉਹਦੇ ਵਿੱਚ ਗਲਤ ਓਵਰਟੇਕਿੰਗ ਹੈ। ਗਲਤ ਓਵਰਟੇਕਿੰਗ ਉਦੋਂ ਹੀ ਹੁੰਦੀ ਹੈ ਐਕਸੀਡੈਂਟ। ਹੁਣ ਦੇਖੋ ਇਹ ਬੰਦੇ ਨੇ ਰੇਸ ਤੋਂ ਪੈਰ ਨਹੀਂ ਚੱਕਿਆ, ਸਾਹਮਣੇ ਤੋਂ ਵੀ ਵਹੀਕਲ ਆ ਰਿਹਾ ਨਾ, ਫਿਰ ਜਾਂ ਤਾਂ ਇਹਨੂੰ ਬਚਾਉਣ ਲਈ ਇਹਨੂੰ ਵੀ ਸਾਈਡ ਤੇ ਹੋਣਾ ਪਊਗਾ ਤੇ ਉਹਨੂੰ ਵੀ ਸਾਈਡ ਤੇ ਹੋਣਾ ਪਊਗਾ। ਜੇ ਆਪਸ ਦੇ ਵਿੱਚ ਉਹ ਪੰਜਾਬੀ ਦੇ ਵਿੱਚ ਗੱਲ ਤਰ੍ਹਾਂ ਨਿਹੋਲੇ ਤਰ੍ਹਾਂ ਸੱਪ ਤਰ੍ਹਾਂ ਜਿਹੜੇ ਆਕੜ ਕੇ ਖੜ ਜਾਣਗੇ ਇਹ, ਫਿਰ ਇਹ ਤਿੰਨੇ ਜਾਣਗੇ। ਅੱਛਾ, ਇੱਕ ਓਵਰਟੇਕ ਕਰਨ ਦਾ ਹੋਰ ਮੈਨੂੰ ਤਰੀਕਾ ਦੱਸਿਓ। ਹਾਲਾਂਕਿ ਜਿਹੜੇ ਡਰਾਈਵਿੰਗ ਕਰਦੇ ਉਹਨਾਂ ਨੂੰ ਤਾਂ ਪਤਾ, ਸ਼ਾਇਦ ਜਿਹੜੇ ਸ਼ੁਰੂਆਤੀ ਦੌਰ ਦੇ ਵਿੱਚ ਉਹਨਾਂ ਨੂੰ ਨਹੀਂ ਪਤਾ ਹੁੰਦਾ, ਜਦੋਂ ਓਵਰਟੇਕ ਕਰਦੇ ਆ ਤਾਂ ਉਹ ਗੇਅਰ ਵੱਡਾ ਪਾ ਲੈਂਦੇ ਆ, ਜਿਵੇਂ ਹੁਣ 5ਵਾਂ ਗੇਅਰ ਕਰ ਲੈਂਦੇ ਆ ਕਿ ਯਾਰ ਛੇਤੀ ਓਵਰਟੇਕ ਹੋ ਜੂ। ਪਰ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਜਦੋਂ ਤੁਸੀਂ ਗੇਅਰ ਕਰਦੇ ਆ ਤਾਂ ਗੱਡੀ ਸਪੀਡ ਫੜਨ ਲੱਗੀ ਸਮਾਂ ਜ਼ਰੂਰ ਲਾਉਂਦੀ ਆ, ਤੇ ਉਹ ਸਮਾਂ ਕਿਤੇ ਨਾ ਕਿਤੇ ਉਹਨਾਂ ਦੇ ਹਾਦਸੇ ਦਾ ਕਾਰਨ ਵੀ ਬਣ ਸਕਦਾ। ਬਹੁਤ ਜ਼ਿਆਦਾ। ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਇਹ ਕਹਿ ਦਿੰਦਾ ਕਿ ਜਦੋਂ ਇਹ ਬੰਦਾ ਜਿਹੜਾ ਓਵਰਟੇਕ ਕਰਵਾਉਣ ਵਾਲਾ ਜੇ ਆਪਣੀ ਰੇਸ ਤੋਂ ਪੈਰ ਚੱਕ ਲੇ ਤਾਂ ਕੋਈ ਵੀ ਵਹੀਕਲ ਹੈ ਆਸਾਨੀ ਨਾਲ ਪਾਰ ਹੋ ਸਕਦਾ ਹੈ। ਕਈ ਵਾਰ ਜੇ ਇਸ ਬੰਦੇ ਨੂੰ ਲੱਗੇ ਥੋੜੀ ਜਿਹੀ ਬ੍ਰੇਕ ਪੈਡਲ ਤੇ ਵੀ ਉਹ ਆਪਣਾ ਪੈਰ ਰੱਖ ਲੇ, ਜੇ ਉਹਨੂੰ ਲੱਗਦਾ ਕੋਈ ਐਮਰਜੈਂਸੀ ਕੰਡੀਸ਼ਨ ਹੈ, ਰੇਸ ਤੋਂ ਪੈਰ ਚੱਕ ਕੇ ਤਾਂ ਥੋੜਾ ਜਿਹੀ ਬ੍ਰੇਕ ਪੈਡਲ ਨੂੰ ਵੀ ਦਬਾਏ ਤਾਂ ਇਹ ਬੰਦਾ ਆਸਾਨੀ ਨਾਲ ਜਿਹੜਾ ਹੈਗਾ ਉਹ ਲੰਘ ਜਾਂਦਾ। ਪਰ ਇਹ ਸਾਡੀ ਜਿਹੜੀ ਹੈਗੀ ਵਹੀਕਲ ਚਲਾਉਣ ਦੀ ਕੰਡੀਸ਼ਨ ਤੇ ਜਿਹੜਾ ਹੈਗਾ ਜਸਟ ਜੀ ਡਿਪੈਂਡ ਕਰਦਾ। ਹੁਣ ਸੈਕਿੰਡ ਨੰਬਰ ਤੇ ਮੈਂ ਤੁਹਾਨੂੰ ਕੋਈ ਗੱਲ ਹੋਰ ਵੀ ਦੱਸਦਾ। ਤੁਸੀਂ ਦੇਖਿਆ ਹੋਊਗਾ ਕਿ ਜਦੋਂ ਕੋਈ ਹੈਵੀ ਵਹੀਕਲ ਸਾਡੇ ਤੋਂ ਕ੍ਰੋਸ ਹੁੰਦਾ ਨਾ, ਮੰਨ ਲਓ ਕੋਈ ਕਾਰ ਚੱਲ ਰਹੀ ਹੈ, ਮੋਟਰ, ਜਦੋਂ ਕੋਈ ਬੱਸ ਜਾਂ ਟਰੱਕ ਸਾਡੇ ਤੋਂ ਕ੍ਰੋਸ ਹੋਇਆ ਤਾਂ ਕਾਰ ਵੀ ਹਿੱਲੀ, ਬਿਲਕੁਲ ਧੜਕਣ ਜੀ ਪੈਦਾ ਹੁੰਦੀ, ਕਾਰ ਹਿਲਦੀ ਆ। ਮੋਟਰਸਾਈਕਲ ਵਾਲੇ ਤਾਂ ਜੋ ਬਿਲਕੁਲ ਹੀ ਜਮਾ ਹਿਲਦਾ, ਇੱਥੋਂ ਤੱਕ ਕਿ ਸਾਡੇ ਕਾਰ ਵੀ ਜਿਹੜੀ ਹੈਗੀ ਆ ਉਹ ਖੜੀ ਕਾਰ ਹੈ ਉਹ ਵੀ ਹਿਲਦੀ ਆ। ਸਾਡੀ ਸਪੀਡ ਤੇ ਵੀ ਥੋੜਾ ਜਿਹਾ ਫਰਕ ਪੈਂਦਾ ਇਹਦੇ ਨਾਲ। ਉਹ ਕੀ ਹੁੰਦਾ ਕਿ ਜਿਹੜੇ ਹੈਵੀ ਵਹੀਕਲਸ ਨੇ ਉਹ 에ਅਰ ਟਰਬੂਲੈਂਸ ਪੈਦਾ ਕਰਦੇ ਆ। 에ਅਰ ਟਰਬੂਲੈਂਸ ਕੀ ਹੁੰਦੀ ਹੈ ਕਿ ਜਿਹੜਾ ਜਦੋਂ ਵਹੀਕਲ ਚੱਲ ਰਿਹਾ ਹੁੰਦਾ ਉਹ ਹਵਾ ਪਾੜਦਾ, ਹਵਾ ਨੂੰ ਚੀਰ ਕੇ ਜਿਹੜਾ ਹੈਗਾ ਉਹ ਜਾ ਰਿਹਾ ਹੁੰਦਾ ਨਾ, ਉਹ ਹਵਾ ਨੂੰ ਸਾਈਡਾਂ ਤੇ ਜਿਹੜੀ ਹੈਗੀ ਉਹ ਜਿਹੜਾ ਪਾਸ ਕਰ ਰਿਹਾ ਹੁੰਦਾ। ਖਾਸ ਕਰਕੇ ਮੋਟਰਸਾਈਕਲ ਵਾਲੇ ਜਦੋਂ ਬਿਲਕੁਲ ਨਜ਼ਦੀਕ ਤੋਂ ਇਹ ਓਵਰਟੇਕ ਕਰਦੇ ਆ, ਇਹ ਹੈਵੀ ਟਰੱਕਾਂ ਵਾਲੇ ਜਾਂ ਬੱਸਾਂ ਵਾਲੇ, ਤਾਂ ਮੋਟਰਸਾਈਕਲ ਵਾਲੇ ਜਿਹੜੇ ਹੈਗੇ ਨੇ ਇਹ ਵਿਚਾਰੇ ਜਿਹੜੇ ਹੈਗੇ ਨੇ ਇਸ ਸਥਿਤੀ ਦੇ ਵਿੱਚ ਇਹਨਾਂ ਦਾ ਐਕਸੀਡੈਂਟ ਜਿਹੜਾ ਹੈਗਾ ਹੋ ਸਕਦਾ। ਕਿਉਂਕਿ ਤੁਸੀਂ ਦੇਖੋ ਜਿਹੜੇ ਵਹੀਕਲ ਨੇ ਕਾਰ ਨੂੰ ਹਿਲਾਤਾ ਤਾਂ ਮੋਟਰਸਾਈਕਲ ਉਹਦੇ ਲਈ ਕੀ ਚੀਜ਼ ਹੈਗੀ ਹੈ। ਕਾਰ ਦੇ ਤਾਂ ਚਲੋ ਫਿਰ ਵੀ 4 ਪਹੀਆਂ ਤੇ ਉਹਦਾ ਬੈਲੈਂਸ ਖੜਾ ਹੈ, ਮੋਟਰਸਾਈਕਲ ਦਾ ਕਾਹਦਾ ਬੈਲੈਂਸ ਹੈਗਾ। ਮੋਟਰਸਾਈਕਲ ਤੇ ਤਾਂ ਮਾੜੀ ਜੀ ਹਵਾ ਵੱਜੀ ਤੇ ਇਹਨੇ ਜਿਹੜਾ ਹੈਗਾ ਮੋਟਰਸਾਈਕਲ ਵਾਲਿਆਂ ਨੇ ਜਿਹੜੇ ਹੈਗੇ ਡਿੱਗ ਪੈਣਾ। ਘੱਟੋ ਘੱਟ ਇਹ ਇੰਟਰਨੈਸ਼ਨਲ ਕਾਨੂੰਨ ਵੀ ਹੈਗਾ। ਜੇ ਕਦੇ ਵੀ ਇਹ ਹੁੰਦਾ ਕਿ ਜਦੋਂ ਤੁਸੀਂ ਟਰੱਕਾਂ ਵਾਲੇ ਵਾਸਤੇ ਆਉਂਦਾ, ਜਦੋਂ ਕੈਨੇਡਾ ਦੇ ਵਿੱਚ ਜਾਂ ਹੋਰ ਕੰਟਰੀਆਂ ਦੇ ਵਿੱਚ ਜਾ ਕੇ ਟੈਸਟ ਦਿੰਦੇ ਆ ਨਾ, ਕਿ ਤੁਸੀਂ ਜਦੋਂ ਕਿਸੇ ਮੋਟਰਸਾਈਕਲਿਸਟ ਨੂੰ ਜਾਂ ਸਾਈਕਲਿਸਟ ਨੂੰ ਓਵਰਟੇਕ ਕਰਨਾ ਹੈ ਤਾਂ ਤੁਹਾਡੀ ਜਿਹੜੀ ਹੈਗੀ ਉਹਨਾਂ ਤੋਂ ਦੂਰੀ ਕਿੰਨੀ ਹੋਣੀ ਚਾਹੀਦੀ ਹੈ, ਤਾਂ ਉਹ ਦੂਰੀ ਵੀਰ ਜੀ 1.5 ਮੀਟਰ ਹੋਣੀ ਚਾਹੀਦੀ ਹੈ।
ਅੱਛਾ, ਜਦੋਂ ਅਸੀਂ ਮੋਟਰਸਾਈਕਲ ਨੂੰ ਕ੍ਰਾਸ ਜਦੋਂ ਓਵਰਟੇਕ ਕਰਨਾ ਹੈ, ਓਵਰਟੇਕ ਕਰਨਾ, ਸੌਰੀ, ਠੀਕ ਹੈ, ਮੋਟਰਸਾਈਕਲ ਨੂੰ, ਤੇ ਇਹ ਹਰ ਕੰਟਰੀਜ਼ ਦੇ ਵਿੱਚ ਜਿਹੜਾ ਹੈਗਾ ਇਹ, ਕਿਉਂਕਿ ਮੋਟਰਸਾਈਕਲਿਸਟ ਤੇ ਸਾਈਕਲਿਸਟ ਤੇ ਪੈਡਿਸਟਰੀਅਨਸ ਪੈਦਲ ਚੱਲਣ ਵਾਲੇ ਦੀ ਸੁਰੱਖਿਆ ਨੂੰ ਸਭ ਤੋਂ ਪਹਿਲੀ ਰੈਫਰੈਂਸ ਉਹਨਾਂ ਮੁਲਕਾਂ ਦੇ ਵਿੱਚ, ਹਰ ਮੁਲਕ ਦੇ ਵਿੱਚ ਦਿੱਤੀ ਜਾਂਦੀ ਹੈ। ਤੇ ਭਾਰਤ ਦੇ ਰੂਲ ਤਾਂ ਸਾਰੇ ਇੱਕੋ ਹੀ ਹੈ। ਹਰ ਕੰਟਰੀ ਦੇ ਜਿਹੜੇ ਹੈਗੇ ਨੇ ਰੂਲ ਇੱਕ ਹੀ ਹੈ, ਬਸ ਮੋਟਰ ਵਹੀਕਲ ਐਕਟਾਂ ਦਾ ਫਰਕ ਹੈ। ਹੁਣ ਨਾਈਟ ਡਰਾਈਵਿੰਗ ਹੈ ਜਿਹੜੀ, ਉਹ ਇੰਡੀਆ ਦੇ ਵਿੱਚ ਵੀ ਨਾਈਟ ਉਹੀ ਹੁੰਦੀ ਹੈ, ਤੇ ਫੋਰੈਸਟ ਦੇ ਵਿੱਚ ਵੀ ਜਿਹੜੀ ਹੈਗੀ ਹੈ ਉਹ ਨਾਈਟ ਉਹੀ ਹੁੰਦੀ ਹੈ। ਹੁਣ ਪੂਰੇ ਵਰਲਡ ਦੇ ਵਿੱਚ ਜਿਹੜਾ 1.5 ਮੀਟਰ ਵਾਲਾ, ਇਹ ਬਹੁਤ ਜ਼ਿਆਦਾ ਕੁਐਸਚਨ ਆਏ ਹੋਏ ਨੇ ਕਿ ਜਦੋਂ ਤੁਸੀਂ ਕਿਸੇ ਸਾਈਕਲਿਸਟ ਨੂੰ ਜਾਂ ਮੋਟਰਸਾਈਕਲਿਸਟ ਨੂੰ ਓਵਰਟੇਕ ਕਰਨਾ ਤਾਂ ਤੁਹਾਡੀ ਜਿਹੜੀ ਦੂਰੀ ਹੈ ਟਰੱਕਾਂ ਵਾਲੇ ਨੂੰ, ਬੱਸਾਂ ਵਾਲੇ ਨੂੰ, ਤੁਸੀਂ ਕਿੰਨੀ ਹੋਣੀ ਚਾਹੀਦੀ ਹੈ, ਤਾਂ ਨੋਟ ਕਰ ਲਓ ਵੀਰ ਜੀ, 1.5 ਮੀਟਰ ਦੀ ਹੋਣੀ ਚਾਹੀਦੀ ਹੈ। ਅੱਛਾ, ਦੂਰੀ ਤਾਂ ਹੈ 1.5 ਮੀਟਰ ਹੋਣੀ ਚਾਹੀਦੀ ਹੈ। ਕੁਝ ਇਦਾਂ ਦਾ ਵੀ ਹੈਗਾ ਐਕਟ ਦੇ ਵਿੱਚ ਕਿ ਉਦੋਂ ਤੁਹਾਡੀ ਸਪੀਡ ਕਿੰਨੀ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜੀ ਧੜਕਣ ਆ ਹਨਾ, ਉਹ ਖਾਸ ਕਰ ਸਪੀਡ ਤੇ ਵੀ ਡਿਪੈਂਡ ਕਰਦੇ, ਤੁਸੀਂ ਕਿੰਨੀ ਸਪੀਡ ਦੇ ਨਾਲ ਜਿਹੜਾ ਓਵਰਟੇਕ ਕਰਦੇ ਹੋ। ਨਹੀਂ, ਇਹਦੇ ਬਾਰੇ ਤਾਂ ਹਾਲੇ ਤੱਕ ਕੋਈ ਇਹੋ ਜਿਹਾ ਸਪੈਸੀਫਿਕ ਨਹੀਂ ਹੈਗਾ, ਪਰ 1.5 ਮੀਟਰ ਬਿਲਕੁਲ ਸੇਫ ਡਿਸਟੈਂਸ ਦੇਤੀ ਨਾ ਤੁਸੀਂ ਕਿਸੇ ਵੀ ਸਪੀਡ ਦੇ ਵਿੱਚੋਂ, ਤਾਂ 1.5 ਮੀਟਰ ਦਾ ਜਿਹੜਾ ਤੁਹਾਡਾ ਫਾਸਲਾ ਹੈ ਤਾਂ ਉਹ ਕਿਤੇ ਨਾ ਕਿਤੇ ਉਹਨੂੰ ਸੁਰੱਖਿਅਤ ਕਰਦਾ ਹੈ। ਪਰ ਜ਼ਿਆਦਾ ਨਜ਼ਦੀਕ ਹੋ ਤੁਸੀਂ ਤਾਂ ਮੋਟਰਸਾਈਕਲਿਸਟ ਨੂੰ, ਸਾਈਕਲਿਸਟ ਨੂੰ ਦਾ ਜਿਹੜਾ ਹੈਗਾ ਉਹ, ਉਹਨਾਂ ਨੂੰ ਜਿਹੜਾ ਹੈਗਾ ਡੇਗ ਸਕਦਾ ਹੈ। ਕਾਰਾਂ ਤੱਕ ਵੀ ਧੜਕ ਜਾਂਦੀਆਂ ਜੀ ਇਸ ਕੰਡੀਸ਼ਨ ਦੇ ਵਿੱਚ। ਤੇ ਕਦੇ ਵੀ 1.5 ਮੀਟਰ ਦਾ ਫਾਸਲਾ ਇੰਡੀਆ ਦੇ ਵਿੱਚ ਜਿਹੜਾ ਹੈਗਾ, ਤੁਸੀਂ ਇਸ ਨੂੰ ਜਿੰਨਾ ਵੱਧ ਤੋਂ ਵੱਧ ਕਰ ਸਕਦੇ ਹੋ ਓਨਾ ਕਰੋ, ਤਾਂ ਜੋ ਹੁਣ ਤੁਸੀਂ ਵੇਖ ਲਓ ਪਿਛਲੇ 2-3 ਦਿਨਾਂ ਦੇ ਵਿੱਚ ਮੈਂ ਜਦੋਂ ਆਪਾਂ ਪਹਿਲੀ ਇੰਟਰਵਿਊ ਕੀਤੀ ਸੀ, ਮੈਂ ਕੀ ਗੱਲ ਕਹੀ ਸੀ ਉਹਦੇ ਵਿੱਚ, ਇਹੋ ਜਿਹਾ ਸਮਾਂ ਵੀ ਆ ਜਾਊਗਾ ਜੇ ਅਸੀਂ ਨਾ ਸੁਧਰੇ ਕਿ ਹਰ ਘਰ ਦੇ ਵਿੱਚੋਂ ਕਿਸੇ ਨੇ ਆਉਣ ਵਾਲੇ 4-5 ਸਾਲਾਂ ਦੇ ਵਿੱਚ 1 ਜਾਂ 2 ਬੰਦੇ ਦੀ ਮੌਤ ਜਿਹੜੀ ਹੈਗੀ ਹੈ ਰੋਡ ਐਕਸੀਡੈਂਟ ਨਾਲ ਹੋਊਗੀ। ਬਿਲਕੁਲ ਪਿਛਲੇ 3 ਦਿਨਾਂ ਤੋਂ ਸ਼ਾਇਦ ਤੱਕ ਪਤਾ ਨਹੀਂ ਕਿਤੇ ਅਦਰ ਸਟੇਟ ਦੇ ਵਿੱਚ 10 ਬੰਦਿਆਂ ਦੇ, ਇੱਕੋ ਪਰਿਵਾਰ ਦੇ 10 ਮੈਂਬਰਾਂ ਦੀ ਮੌਤ ਹੋਈ ਹੈ। ਕੱਲ ਵੀ ਇੱਕ ਐਕਸੀਡੈਂਟ ਹੋਇਆ, 2-3 ਬੰਦੇ ਇੱਕੋ ਪਰਿਵਾਰ ਦੇ ਮਾਰੇ ਗਏ। ਉਸ ਤੋਂ ਪਹਿਲਾਂ ਵੀ ਹੋਇਆ 1-2 ਦਿਨ ਪਹਿਲਾਂ, ਉੱਥੇ ਵੀ 2-3 ਬੰਦੇ ਇੱਕੋ ਪਰਿਵਾਰ ਦੇ ਵਿੱਚ ਮਾਰੇ ਗਏ, ਕਿਉਂਕਿ ਤੁਹਾਡੇ ਕੋਲ ਉਸ ਸਮੇਂ ਸਮਾਂ ਬਿਲਕੁਲ ਵੀ ਨਹੀਂ ਹੁੰਦਾ। ਸਮਝ ਲਓ ਸਾਵਧਾਨੀ ਹਟੀ ਦੁਰਘਟਨਾ ਘਟੀ, ਕਿਉਂਕਿ ਅਸੀਂ ਸਪੀਡ ਤੇ ਇੰਨੀ ਕੁ ਚੱਲ ਰਹੇ ਹਾਂ ਕਿ ਦੇਖੋ ਮਤਲਬ ਹੀ ਨਹੀਂ ਪੈਦਾ ਹੁੰਦਾ ਕਿ ਤੁਸੀਂ ਆਪਣੇ ਵਹੀਕਲ ਨੂੰ ਕੰਟਰੋਲ ਕਰ ਲਓ। ਰੇਸ ਕਿਤੋਂ ਅੱਜ ਕੱਲ੍ਹ ਕੰਪਨੀਆਂ ਦੱਸ ਤਾਂ ਦਿੰਦੀਆਂ। ਹੁਣ ਤੁਸੀਂ ਇਹ ਦੇਖੋ, ਅਸੀਂ ਵਹੀਕਲ ਤਾਂ ਲੈ ਲੈਂਦੇ ਹਾਂ, ਪਰ ਵਹੀਕਲ ਦੇ ਵਿੱਚ ਲੱਗੇ ਸੇਫਟੀ ਫੀਚਰਾਂ ਬਾਰੇ ਸਾਨੂੰ ਬਹੁਤ ਘੱਟ ਨੌਲੇਜ ਹੁੰਦੀ ਹੈ। ਬਿਲਕੁਲ ਵੀ ਨਹੀਂ। ਹੁਣ ਦੇਖੋ ਅੱਜ ਕੱਲ੍ਹ ਜ਼ਰੂਰੀ ਕਰਤਾ, ਚਾਹੇ ਟਰੈਕਟਰ ਆ ਜੇ, ਚਾਹੇ ਕਾਰ ਆ ਜੇ, ਚਾਹੇ ਬੇਸ ਮਾਡਲ ਕਾਰ ਆ ਜੇ, ਉਹਦੇ ਵਿੱਚ ਪਾਵਰ ਸਟੀਅਰਿੰਗ ਲੱਗਿਆ ਹੀ ਹੋਊਗਾ। ਅੱਛਾ, ਜ਼ਰੂਰੀ ਹੋ ਗਿਆ, ਮੈਂਡੇਟਰੀ ਹੋ ਗਿਆ, ਜ਼ਰੂਰੀ ਹੋ ਗਿਆ ਕਿ ਪਾਵਰ ਸਟੀਅਰਿੰਗ ਉਹਦੇ ਵਿੱਚ ਹਰ ਵਹੀਕਲ ਦੇ ਵਿੱਚ। ਕਾਰ ਹੈ, ਅੱਗੇ ਅੱਜ ਤੋਂ ਥੋੜੇ ਸਾਲ ਪਿੱਛੇ ਚਲੇ ਜਾਓ ਤਾਂ ਜਿਹੜੇ ਹੈਗੇ ਸੀ ਵਿਦਾਊਟ ਜਿਹੜੇ ਪਾਵਰ ਸਟੀਅਰਿੰਗ ਜਿਹੜੇ ਹੈਗੇ ਨੇ ਉਹ ਵਹੀਕਲ ਆ ਰਹੇ ਸੀ, ਪਰ ਹੁਣ ਤਾਂ ਜਿਹੜਾ ਹੈਗਾ 4 ਜਿਵੇਂ ਸੇਫਟੀ ਫੀਚਰ ਜ਼ਰੂਰੀ ਕਰਦੇ, ਜਿਹਦੇ ਵਿੱਚ ਦੋਨਾਂ ਸਾਈਡਾਂ ਦਾ 에ਅਰ ਬੈਗ ਹੋ ਗਿਆ, ਪਾਵਰ ਜਿਹੜਾ ਹੈਗਾ ਪਾਵਰ ਸਟੀਅਰਿੰਗ ਹੋ ਗਿਆ, ABS ਬ੍ਰੇਕਾਂ ਹੋ ਗਈਆਂ, ਰੀਅਰ ਪਾਰਕਿੰਗ ਸੈਂਸਰਸ ਹੋ ਗਏ, ਤੇ ਸਾਡੇ ਜਿਹੜਾ ਹੈਗਾ ਸਪੀਡ ਰਿਮਾਈਂਡਰ ਹੋ ਗਿਆ। ਇਹ ਬੇਸ ਮਾਡਲ ਗੱਡੀਆਂ ਦੇ ਵਿੱਚ ਵੀ ਆਊਗਾ ਹੀ ਆਊਗਾ। ਹਰ ਬੇਸ ਮਾਡਲ ਗੱਡੀ ਦੇ ਵਿੱਚ ਉਹਨਾਂ ਤੱਕ ਵਿਕੂਗੀ ਨਹੀਂ ਜਿੰਨਾ ਤੱਕ ਇਹ ਸਾਰੀਆਂ ਚੀਜ਼ਾਂ ਉਹ ਪੂਰੀਆਂ ਨਹੀਂ ਕਰ ਦਿੰਦੇ। ਇੰਡੀਆ ਦੀ ਸੜਕਾਂ ਤੇ ਨਹੀਂ ਆ ਸਕਦੇ। ਕੰਪਨੀ ਨੂੰ ਇਹ ਹਦਾਇਤਾਂ ਜ਼ਰੂਰੀ ਜਿਹੜੀ ਹੈਗੀ ਪਾਲਣ ਕਰਨਾ ਪਊਗਾ। ਹੁਣ ਪਾਵਰ ਸਟੀਅਰਿੰਗ ਦਾ ਕੰਮ ਕੀ ਹੈ? ਚਲੋ ਮੈਂ ਤੁਹਾਨੂੰ ਪੁੱਛਦਾ, ਗੱਡੀ ਦੇ ਵਿੱਚ ਲੱਗਿਆ ਪਾਵਰ ਸਟੀਅਰਿੰਗ ਦਾ ਕੰਮ ਕੀ ਹੈ? ਸਾਡੇ ਵਰਗੇ ਤਾਂ ਇਹੀ ਸੋਚਦੇ ਕਿ ਭਈ ਮੁੜ ਸੌਖੀ ਤੇ ਜ਼ੋਰ ਜ਼ਾਰ ਨਹੀਂ ਲਵਾਉਂਦੀ। ਜਦੋਂ ਵੀ ਇਹ ਕੁਐਸਚਨ ਆਉਂਦਾ ਹੈ ਨਾ ਕਿ ਪਾਵਰ ਗੱਡੀ ਦੇ ਵਿੱਚ ਲੱਗੇ ਪਾਵਰ ਸਟੀਅਰਿੰਗ ਦਾ ਕੰਮ ਕੀ ਆ, ਉਹ ਕਹਿੰਦੇ ਨੇ ਕਿ ਮੋੜਨ ਦੇ ਵਿੱਚ ਆਸਾਨੀ ਹੁੰਦੀ ਆ, ਜ਼ੋਰ ਘੱਟ ਲੱਗਦਾ ਹੈ। ਤੇ ਮੈਂ ਅੱਗੇ ਕੁਐਸਚਨ ਕਰਦਾ ਹੁੰਦਾ ਕਿ ਕੰਪਨੀ ਨੂੰ ਪਤਾ ਸੀਗਾ ਸਾਡੇ ਆਉਣ ਵਾਲੇ ਬੰਦੇ ਕਮਜ਼ੋਰ ਪੈਦਾ ਹੋਣਗੇ, ਇਹਨਾਂ ਤੋਂ ਗੱਡੀਆਂ ਮੋੜੀਆਂ ਨਹੀਂ ਜਾਣੀਆਂ ਜਾਂ ਐ ਹੋਊਗਾ। ਨਹੀਂ, ਇਹ ਇਹਦਾ ਸੈਕਿੰਡ ਫੀਚਰ ਹੈ। ਫਸਟ ਫੀਚਰ ਤੁਹਾਡੀ ਜਾਨ ਬਚਾਉਣਾ। ਪਾਵਰ ਸਟੀਅਰਿੰਗ ਵੀ ਤੁਹਾਡੀ ਜਾਨ ਬਚਾਉਂਦਾ। ਅੱਛਾ ਜੀ, ਇਹ ਤੁਹਾਡੀ ਪਾਵਰ ਸਟੀਅਰਿੰਗ ਗੱਡੀ ਦੇ ਵਿੱਚ ਲੱਗਿਆ ਹੈ, ਤੁਹਾਡੀ ਜਾਨ ਬਚਾਉਣ ਖਾਤਰ ਲੱਗਿਆ ਹੋਇਆ। ਜਾਨ ਕਿਵੇਂ ਬਚਾਉਂਦਾ? ਹੁਣ ਮੈਂ ਇਹ ਸਵਾਲ ਕਰਦਾ ਕਿ ਅੱਗੇ ਜਿਹੜੀਆਂ ਤੁਸੀਂ ਹੁਣ ਦੇਖ ਲਓ, ਅੱਜ ਕੱਲ੍ਹ ਜਿਹੜੀਆਂ ਪੁਰਾਣੀਆਂ ਮਾਡਲ ਦੀਆਂ ਕਾਰਾਂ ਨੇ ਉਹ ਵਿਦਾਊਟ ਪਾਵਰ ਸਟੀਅਰਿੰਗ ਨੇ। ਬਿਲਕੁਲ। ਹੁਣ ਰੱਬ ਨਾ ਕਰੇ ਉਹ ਗੱਡੀ ਦਾ ਜੇ ਚੱਲਦੇ ਦਾ ਅਚਾਨਕ ਕਿਸੇ ਵੀ ਸਾਈਡ ਦਾ ਟਾਇਰ ਬਲਾਸਟ ਹੋ ਜੇ, ਡਰਾਈਵਰ ਸਾਈਡ ਹੋ ਜੇ, ਕਨੈਕਟਰ ਸਾਈਡ ਹੋ ਜੇ, ਜਿਹੜੀ ਵੀ ਚੱਲਦੇ ਦਾ ਪਾਸੇ ਦਾ ਟਾਇਰ ਬਲਾਸਟ ਹੋ ਗਿਆ ਤਾਂ ਗੱਡੀ ਤੁਹਾਡੀ ਸਪੀਡ ਦੇ ਵਿੱਚ ਹੈ। ਤੁਹਾਨੂੰ ਰੱਬ ਜੇ ਤੁਸੀਂ ਚੰਗੇ ਮੋਤੀ ਪੁੰਨ ਕੀਤੇ ਨੇ ਫਿਰ ਤਾਂ ਤੁਸੀਂ ਬਚ ਜਾਓਗੇ। ਹੁਣ ਉੱਥੇ ਨਾ ਦਾ ਵੀਰ ਜੀ ਬ੍ਰੇਕ ਜਿਹੜਾ ਤੁਹਾਡਾ ਸਟੀਅਰਿੰਗ ਹੈ ਉਹ ਤਾਂ ਜਾਮ ਹੀ ਹੋ ਜਾਂਦਾ।
ਬ੍ਰੇਕ ਵੀ ਕੰਮ ਨਹੀਂ ਕਰਦੀ, ਤੁਸੀਂ ਜੋ ਮਰਜ਼ੀ ਹੀਲੇ ਵਰਤ ਲਓ, ਗੱਡੀ ਨੇ ਰੁਕਣਾ ਤੇ ਕਿਤੇ ਵੱਜ ਕੇ ਹੀ ਰੁਕਣਾ। ਚਾਹੇ ਉਹ ਦਰਖਤ 'ਚ ਵੱਜੇ ਜਾਂ ਕਿਸੇ ਵਹੀਕਲ ਦੇ ਵਿੱਚ ਲੱਗੇ ਵੱਜੇ, ਉਹਨੇ ਜਿਹੜਾ ਰੁਕਣਾ ਉਹ ਕਿਸੇ 'ਚ ਵੱਜ ਕੇ ਹੀ ਰੁਕਣਾ। ਉਹਨਾਂ ਤੱਕ ਉਹ ਰੁਕੂਗੀ ਨਹੀਂ, ਤੁਸੀਂ ਲੱਖ ਬ੍ਰੇਕਾਂ ਮਾਰ ਲਓ, ਹੈਂਡ ਬ੍ਰੇਕ ਖਿੱਚ ਲਓ, ਸਟੀਅਰਿੰਗ ਤਾਂ ਕੰਮ ਹੀ ਨਹੀਂ ਕਰਦਾ। ਸਾਦਾ ਸਟੀਅਰਿੰਗ ਜਿਹੜੇ ਆਮ ਜਿਹਨਾਂ ਪਾਵਰ ਜਿਹੜੇ ਪਹਿਲਾਂ ਆਉਂਦੇ ਸੀ ਇਸ ਕਰਕੇ ਤੁਹਾਡੀ ਹਿਫਾਜ਼ਤ ਕਰਨ ਲਈ ਪਾਵਰ ਸਟੀਅਰਿੰਗ ਲਾਤਾ। ਹੁਣ ਜਿਹੜੀਆਂ ਗੱਡੀਆਂ ਦੇ ਵਿੱਚ ਪਾਵਰ ਸਟੀਅਰਿੰਗ ਹੈ ਉਹਨਾਂ ਦੀ ਖਾਸੀਅਤ ਇਹ ਹੈ ਕਿ ਜੇ ਚਲਦੀ ਗੱਡੀ ਦਾ ਅਚਾਨਕ ਟਾਇਰ ਫਟ ਜੇ ਤਾਂ ਉਹ ਗੱਡੀ ਇੱਕ ਸਾਈਡ ਨਹੀਂ ਖਿੱਚਦੀ। ਅੱਛਾ, ਇੱਕ ਸਾਈਡ ਨਹੀਂ ਖਿੱਚੀ, ਤੁਸੀਂ ਹਾਦਸੇ ਤੋਂ ਬਚ ਗਏ। ਹੁਣ ਅੱਜ ਕੱਲ੍ਹ ਗੱਡੀਆਂ ਤਾਂ 100 ਤੇ ਜਾਂਦੀਆਂ ਤਾਂ ਚੜ੍ਹਦੀਆਂ ਦਾ ਆਮ ਹੀ ਪਤਾ ਹੀ ਨਹੀਂ ਲੱਗਦਾ। ਹੁਣ 100 ਦੀ ਸਪੀਡ ਦੇ ਵਿੱਚ ਜਾਂਦੀ ਗੱਡੀ ਦਾ ਜੇ ਰੱਬ ਨਾ ਕਰੇ ਅਚਾਨਕ ਟਾਇਰ ਬਲਾਸਟ ਹੋ ਜੇ ਤੇ ਸਾਦੇ ਸਟੀਅਰਿੰਗ ਵਾਲੀ ਗੱਡੀ ਤੇ ਜਿੰਨੇ ਬੰਦੇ ਬੈਠੇ ਨੇ ਸ਼ਾਇਦ ਤੱਕ ਹੀ ਉਹ ਨਾ ਹੀ ਬਚਣ। ਤੇ ਜਿਹੜੀ ਗੱਡੀ ਦੇ ਵਿੱਚ ਪਾਵਰ ਸਟੀਅਰਿੰਗ ਹੈ ਉਹ ਗੱਡੀ ਜਿਹੜੀ ਹੈਗੀ ਉਹ ਖਿੱਚਦੀ ਨਹੀਂ। ਮੰਨ ਲਓ ਹੁਣ ਮੇਰਾ ਡਰਾਈਵਰ ਸਾਈਡ ਦਾ ਟਾਇਰ ਫਟ ਗਿਆ ਨਾ, ਸਾਦੇ ਸਟੀਅਰਿੰਗ ਵਾਲੀ ਗੱਡੀ ਹੈ, ਉਹਨੇ ਉਸ ਸਾਈਡ ਨੂੰ ਖਿੱਚਿਆ ਜਾਣਾ। ਕਨੈਕਟਰ ਸਾਈਡ ਵਾਲਾ ਫਟ ਗਿਆ ਉਹਨੇ ਉਧਰਲੀ ਸਾਈਡ ਹੀ ਖਿੱਚਿਆ ਜਾਣਾ। ਪਰ ਜਿਹੜੀ ਗੱਡੀਆਂ ਦੇ ਵਿੱਚ ਪਾਵਰ ਸਟੀਅਰਿੰਗ ਹੈ ਉਹ ਗੱਡੀ ਨਾ ਤਾਂ ਇੱਧਰ ਖਿੱਚੂਗੀ ਤੇ ਨਾ ਹੀ ਇੱਧਰ ਖਿੱਚੂਗੀ। ਉਹ ਬਿਲਕੁਲ ਜਿਹੜਾ ਹੈਗਾ ਬਸ ਸਟੀਅਰਿੰਗ ਨੂੰ ਥੋੜੇ ਜਿਹਾ ਟਾਈਟਲੀ ਫੜ ਲਓ, ਘੁਮਾਓ ਨਾ ਤੇ ਇੱਕਦਮ ਬ੍ਰੇਕ ਨਾ ਲਾਓ, ਤੁਹਾਡੀ ਗੱਡੀ ਕਿਤੇ ਨਹੀਂ ਜਾਊਗੀ। ਭਾਵੇਂ ਇਹਦਾ ਤਾਂ ਫਿਰ ਮਤਲਬ ਇਹ ਹੈ ਕਿ 에ਅਰ ਬੈਗ ਜਿੰਨੇ ਜ਼ਰੂਰੀ ਜਿਹੜੇ ਹੈਗੇ ਉਹ ਬਿਲਕੁਲ ਜੀ, ਪਾਵਰ ਸਟੀਅਰਿੰਗ ਤਾਂ ਬਹੁਤ ਜ਼ਰੂਰੀ ਹੈ ਕਿਉਂਕਿ ਪਤਾ ਨਹੀਂ ਟਾਇਰ ਬਲਾਸਟ ਹੋਣ ਕਿਸੇ ਸਮੇਂ ਵੀ ਕੋਈ ਖੱਡਾ ਆ ਗਿਆ। ਰੁੱਤ ਵੀ ਗਰਮੀ ਦੀ ਆ। ਹਾਂ, ਰੁੱਤ ਵੀ ਗਰਮੀ ਹੈ। ਵੈਸੇ ਟਿਊਬਲੈਸ ਟਾਇਰ ਆਉਂਦੇ ਨੇ, ਠੀਕ ਹੈ, ਪਰ ਰੱਬ ਨਾ ਕਰੇ ਕਿ ਅਚਾਨਕ ਕੋਈ ਖੱਡਾ ਇਹੋ ਜਿਹਾ ਕੋਈ ਖੱਡਾ ਸੜਕ ਤੇ ਸੀਗਾ, ਗੱਡੀ ਉਹਦੇ 'ਤੇ ਵੱਜਦੀ ਤਾਂ ਟਾਇਰ ਹੀ ਬਲਾਸਟ ਹੋ ਜਾਂਦਾ। ਉੱਥੇ ਤੁਸੀਂ ਕੀ ਕਰ ਲੋਗੇ ਫਿਰ ਉੱਥੇ ਤੁਹਾਡੇ ਜਿਹੜਾ ਗੱਡੀ ਦੇ ਵਿੱਚ ਲੱਗਿਆ ਪਾਵਰ ਸਟੀਅਰਿੰਗ ਆ ਕਿਤੇ ਨਾ ਕਿਤੇ ਜਿਹੜੀ ਹੈਗੀ ਉਹ ਤੁਹਾਡੀ ਜਾਨ ਦੀ ਹਿਫਾਜ਼ਤ ਕਰਦਾ। ਅੱਛਾ, ਇੱਕ ਹੋਰ ਦੱਸੋ, ਜਿੱਦਾਂ ਹੁਣ ਤੁਸੀਂ ਬਾਈਕ ਦੀ ਗੱਲ ਕੀਤੀ ਹੈ, ਬਾਈਕ ਹਾਲਾਂਕਿ ਲੈਂਦੀ ਵੀ ਕਿ ਬਾਈਕ ਦਾ ਜਿਹੜਾ ਹੈਗਾ ਸਹੀ ਸਪੀਡ ਜਿਹੜੀ ਕਿਹੜੀ ਰੱਖੀ ਜਾਵੇ? ਬਾਈਕ ਦੀ ਜਿਹੜੀ ਕੰਪਨੀ ਤੁਸੀਂ ਦੇਖੋਗੇ ਨਾ ਆਪਣੇ ਅਕਸਰ ਇਹ ਤਾਂ ਜਿਹੜੇ ਹੈਗੇ ਨੇ ਜਿਹੜੇ ਆਮ ਹੀ ਆਪਣੇ ਚੱਲਦੇ ਨੇ, CD ਡੀਲੈਕਸ ਹੋ ਗਿਆ, ਹੀਰੋ ਹੋਂਡੇ ਦੇ ਹੋ ਗਏ, ਇਹ ਤਾਂ 40 ਦੀ ਜਿਹੜੀ ਹੈਗੀ ਇਹਨਾਂ ਦੀ ਸੇਫਟੀ ਸਟੈਂਸ ਹੈ। ਇਹ ਕੰਪਨੀ ਵੀ ਦੱਸਦੀ ਹੈ, ਦੇਖਿਓ ਜਦੋਂ ਅਸੀਂ 40 ਤੇ ਤੱਕ ਤਾਂ ਹੁੰਦਾ ਹੈ ਨਾ, ਉੱਥੇ ਰੈੱਡ ਨਿਸ਼ਾਨ ਬਣਿਆ ਹੁੰਦਾ ਹੈ, ਔਰ ਰੈੱਡ ਗ੍ਰੀਨ ਫਿਰ ਯੈਲੋ ਫਿਰ ਰੈੱਡ ਜਿਹੜਾ ਹੈਗਾ ਇਸ ਤੋਂ ਖਤਰਾ ਜਿਹੜਾ ਹੈਗਾ। ਪਰ ਜਿਹੜਾ ਮੋਟਰਸਾਈਕਲ ਹੈਗੇ ਨੇ ਹੁਣ ਤਾਂ ਮੋਟਰਸਾਈਕਲ ਵੀ ਜਿਹੜੇ ਹੈਗੇ ਨੇ ਉਹ ABS ਬ੍ਰੇਕਾਂ ਜਿਹੜੀ ਹੈਗੀ ਆਉਣ ਲੱਗ ਗਿਆ। ਹੁਣ ABS ਕੀ ਕੰਮ ਕਰਦਾ? ਗੱਡੀ ਦੇ ਵਿੱਚ ਲੱਗਿਆ ABS, ਆਪ ਸੁਣ ਲੈ, ABS ਗੱਡੀ ਦੇ ਵਿੱਚ ABS ਬ੍ਰੇਕਾਂ ਨੇ। ABS ਕੀ ਹੈਗੀ? ਐਂਟੀ ਲੋਕ ਬ੍ਰੇਕਿੰਗ ਸਿਸਟਮ। ਕੀ ਹੈਗਾ ਇਹ? ਪ੍ਰਿੰਸੀਪਲ ਕੰਮ ਕਰਦਾ। ਸਾਡੇ ਪੁਰਾਣੇ ਬਜ਼ੁਰਗ ਤੋਂ ABS ਸ਼ੁਰੂਆਤ ਨਹੀਂ ਸੀ ਹੋਈ ਤਾਂ ਜਾਂ ਇੰਡੀਆ ਦੇ ਵਿੱਚ ABS ਜ਼ਿਆਦਾ ਨਹੀਂ ਸੀ ਹੈਗਾ, ਕੋਸਟਲੀ ਗੱਡੀਆਂ ਦੇ ਵਿੱਚ ਸੀਗਾ, ਪਰ ਅੱਜ ਕੱਲ੍ਹ ਤਾਂ ਮੰਡੇ ਜ਼ਰੂਰੀ ਕਰਤਾ। ਬਿਲਕੁਲ। ਉਸ ਸਮੇਂ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਡਰਾਈਵਰ ਸੀਗੇ ਉਹ ਜਦੋਂ ਇੱਕਦਮ ਬ੍ਰੇਕ ਮਾਰਦੇ ਸੀ ਨਾ, ਉਹ ਇੱਕਦਮ ਬ੍ਰੇਕ ਨਹੀਂ ਮਾਰਦੇ ਹੁੰਦੇ ਸੀ। ਇੱਕਦਮ ਬ੍ਰੇਕ ਮਾਰਦੇ ਸੀ ਨਾ, ਉਹ ਇੱਕਦਮ ਬ੍ਰੇਕ ਨਹੀਂ ਸੀ ਮਾਰਦੇ ਹੁੰਦੇ, ਉਹ ਬ੍ਰੇਕ ਛੱਡ ਕੇ ਮਾਰਦੇ ਹੁੰਦੇ ਸੀਗੇ। ਉਹ ਬ੍ਰੇਕ ਛੱਡ ਕੇ ਮਾਰਦੇ ਸੀ ਕਿਉਂਕਿ ਜਦੋਂ ਬ੍ਰੇਕ ਡਰਮ ਨੂੰ ਫੜ ਲੈਂਦੇ ਆ ਤਾਂ ਜਿਹੜੇ ਹੈਗੇ ਨੇ ਜਿਹੜੇ ਟਾਇਰ ਨੇ ਉਹ ਬਿਲਕੁਲ ਲੌਕ ਹੋ ਜਾਂਦੇ ਨੇ। ਤੁਸੀਂ ਸਟੀਅਰਿੰਗ ਜਦੋਂ ਟਾਇਰ ਲੋਕ ਹੋ ਗਿਆ, ਸਟੀਅਰਿੰਗ ਨਾ ਤਾਂ ਇੱਧਰ ਘੁੰਮੂਗਾ ਤੇ ਨਾ ਇੱਧਰ ਘੁੰਮੂਗਾ ਤੇ ਜਿਹੜੀ ਬ੍ਰੇਕਿੰਗ ਡਿਸਟੈਂਸ ਹੈ ਉਹ ਵੀ ਵੱਧ ਜਾਂਦੀ ਹੈ ਕਿਉਂਕਿ ਟਾਇਰ ਲੋਕ ਹੋ ਗਿਆ। ਅਸੀਂ ਸੋਚਦੇ ਸਾਡੀ ਬ੍ਰੇਕ ਨਹੀਂ ਲੱਗੀ, ਬ੍ਰੇਕ ਤਾਂ ਲੱਗੀ ਹੁੰਦੀ ਹੈ ਪਰ ਉਹ ਵਹੀਕਲ ਰੁਕਦਾ ਨਹੀਂ, ਉਹ ਘਸੀੜਦਾ ਜਿਹੜਾ ਹੈਗਾ ਉਹ ਤੁਰਦਾ ਚਲੇ ਜਾਂਦਾ। ਉਹੀ ਪ੍ਰਿੰਸੀਪਲ ਜਿਹੜਾ ਹੈਗਾ ਉਹ ਸਾਡੀ ABS ਦੇ ਵਿੱਚ ਕੰਮ ਕਰਨ ਲੱਗਿਆ ਕਿਉਂਕਿ ਸੈਂਸਰ ਲੱਗ ਗਿਆ ਤਾਂ ਛੱਡ ਕੇ ਲੱਗਦੀ ਹੈ। ਤੇ ਜਦੋਂ ਅਸੀਂ ਵਹੀਕਲ ਨੂੰ ਜਿਹੜਾ ਹੈਗਾ ਬ੍ਰੇਕ ਲੱਗਣ ਤੋਂ ਬਾਅਦ ਵੀ ਸੇਫਟੀ ਨਾਲ ਜਿਹੜਾ ਹੈਗਾ 2-4 ਫੁੱਟ ਜਿਵੇਂ ਵੀ ਆ ਅਸੀਂ ਜਿਹੜੇ ਪਾਸੇ ਨੂੰ ਸਟੀਅਰਿੰਗ ਮੋੜਾਂਗੇ ਜਿਹੜਾ ਸਾਡਾ ਵਹੀਕਲ ਉਹ ਆਸਾਨੀ ਨਾਲ ਜਿਹੜਾ ਹੈਗਾ ਉਹ ਮੁੜ ਜਾਂਦਾ। ਇਹੀ ਜਿਹੜਾ ਹੈਗਾ ABS ਬ੍ਰੇਕਾਂ ਦਾ ਜਿਹੜਾ ਹੈਗਾ ਉਹ ਜਿਹੜਾ ਮੇਨ ਫਾਇਦਾ ਹੁੰਦਾ ਮੇਨ ABS ਬ੍ਰੇਕਾਂ ਦਾ ਜਿਹੜਾ ਇਹ ਫਾਇਦਾ ਹੈ। ਅੱਛਾ ਮਨੀਸ਼ ਜੀ, ਅੱਜ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਦਿੱਤਾ। ਹਾਲਾਂਕਿ ਗੱਲ ਸਾਡੀ ਜਿਹੜੀ ਹੈ ਸਿਰਫ ਟੇਲ ਗੇਟਿੰਗ ਤੇ ਸੀ, ਪਰ ਹੋਰ ਵਧੀਆ ਜਾਣਕਾਰੀ ਜਿਹੜੀ ਅਸੀਂ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਆ ਉਹਦੇ ਲਈ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ। ਤੁਸੀਂ ਕੀਮਤੀ ਸਮੇਂ ਚੋਂ ਸਮਾਂ ਦਿੱਤਾ ਤੇ ਸਮੇਂ ਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਜ਼ਰੂਰ ਸਰੋਤਿਆਂ ਦੇ ਵਿੱਚ ਲੈ ਕੇ ਆਉਂਦੇ ਰਹਾਂਗੇ ਤਾਂ ਜੋ ਅਵੇਅਰ ਹੋਵੋਗੇ। ਹਾਂ, ਛੋਟੀ ਜਿਹੀ ਗੱਲ ਹੈਗੀ ਕਿ ਮੇਰਾ ਜਿਹੜਾ ਹੈਗਾ ਤੁਸੀਂ ਮੈਨੂੰ ਕੋਈ ਵੀ ਕੁਐਸਚਨ ਅੱਗੇ ਪਿੱਛੇ ਜੇ ਤੁਸੀਂ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੀ ਤੁਸੀਂ ਵੀਡੀਓ ਬਣਾਓ ਤਾਂ ਤੁਸੀਂ ਮੈਨੂੰ ਮੇਰੇ ਜਿਹੜੇ ਹੈਗਾ ਡਰਾਈਵ ਵਿਦ ਮਨੀਸ਼ ਪੇਜ ਤੇ ਜਾਂ Facebook ਤੇ YouTube ਚੈਨਲ ਤੇ ਤੁਸੀਂ ਮੈਨੂੰ ਜਿਹੜਾ ਹੈਗਾ ਸੁਜੈਸਟ ਕਰ ਸਕਦੇ ਹੋ ਕਿ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰੀਕੇ ਦੀ ਵੀਡੀਓ ਜਿਹੜੀ ਹੈਗੀ ਬਣਾਓ। ਤੁਹਾਨੂੰ ਜਿਹੜੇ ਹੈਗੇ ਫੋਰਨ ਦੇ ਵਿੱਚ ਜਿਹੜੇ ਪ੍ਰੈਕਟੀਕਲ ਟੈਸਟ ਨੇ ਉਹ ਕਿੱਦਾਂ ਦੇ ਹੁੰਦੇ ਨੇ,
ਉਹ ਵੀ ਜੇ ਤੁਸੀਂ ਸਭ ਮੇਰੇ ਤੋਂ ਨੌਲੇਜ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਇਸ ਵੀਡੀਓਜ਼ ਦੇ ਵਿੱਚ ਜਾਂ ਮੈਨੂੰ ਮੇਰੇ ਫੇਸਬੁੱਕ ਪੇਜ ਡਰਾਈਵ ਵਿਦ ਮਨੀਸ਼ ਤੇ ਜਿਹੜਾ ਹੈਗਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਤੁਹਾਨੂੰ ਹਰ ਇੱਕ ਜਿਹੜੇ ਹੈਗੇ ਡਰਾਈਵਿੰਗ ਟੈਸਟ ਬਾਰੇ ਜਿਹੜੀ ਹੈਗੀ ਉਹ ਜਾਣਕਾਰੀ ਜਿਹੜੀ ਹੈਗੇ ਜ਼ਰੂਰ ਦਿਆਂਗੇ। ਤੇ ਜਿਹੜੀ ਅਗਲੀ ਵੀਡੀਓ, ਜਿਹੜੀ ਨੈਕਸਟ ਵੀਡੀਓ ਹੈ, ਉਹ ਤੁਹਾਨੂੰ ਇੰਡੀਆ ਦੇ ਵਿੱਚ ਜਿਹੜੀ ਡਰਾਈਵਿੰਗ ਲਾਇਸੈਂਸ ਦੀ ਕੈਟਾਗਰੀਜ਼ ਹੈ, ਨੈਕਸਟ ਵੀਡੀਓ ਇਹ ਦੇਖਣਾ ਨਾ ਭੁੱਲਿਓ ਜਿਹੜੀ ਹੈਗੀ ਆ, ਕਿਉਂਕਿ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਹੈਗੇ ਨੇ ਕੁਝ ਏਜੰਟ ਲੋਕ ਜਿਹੜੇ ਹੈਗੇ ਨੇ ਸਾਡੇ ਪੰਜਾਬੀ ਵੀਰਾਂ ਨਾਲ ਬਹੁਤ ਠੱਗੀ ਮਾਰਦੇ ਆ। ਬਿਲਕੁਲ ਬਿਲਕੁਲ ਬਿਲਕੁਲ। ਉਹ ਠੱਗੀ ਤੋਂ ਬਚਾਉਣ ਲਈ ਤੇ ਅਸੀਂ ਜਿਹੜਾ ਵਹੀਕਲ ਚਲਾ ਰਹੇ ਹੁੰਨੇ ਆ ਉਸ ਵਹੀਕਲ ਦੇ ਅਕੋਰਡਿੰਗ ਸਾਡੇ ਕੋਲੇ ਲਾਇਸੈਂਸ ਵੀ ਨਹੀਂ ਹੁੰਦਾ ਜਾਂ ਨਹੀਂ ਹੈ, ਨਹੀਂ ਹੈਗਾ। ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅਸੀਂ ਜਿਹੜਾ ਹੈਗਾ ਜ਼ਰੂਰ ਦੱਸਾਂਗੇ। ਸਾਡੀ ਇਸ ਵੀਡੀਓ ਨੂੰ ਵੀ ਜਿਹੜਾ ਹੈਗਾ ਵੱਧ ਤੋਂ ਵੱਧ ਜਿਹੜਾ ਹੈਗਾ ਸ਼ੇਅਰ ਕਰਿਓ, ਸਪੋਰਟ ਕਰਿਓ। RMB ਚੈਨਲ ਨੂੰ ਵੀ ਜਿਹੜਾ ਹੈਗਾ ਬਹੁਤ ਵਧੀਆ ਸਪੋਰਟ ਕਰਿਓ, ਕਿਉਂਕਿ ਇੱਕੋ ਇੱਕ ਹੀ ਚੈਨਲ ਹੈਗਾ ਜਿਨ੍ਹਾਂ ਨੇ ਮੇਰੀ ਬਾਹ ਫੜੀ ਹੈ, ਜਿਨ੍ਹਾਂ ਨੇ ਇਹ ਕਿਹਾ ਕਿ ਅਸੀਂ ਜਿਹੜਾ ਹੈਗਾ ਰੋਡ ਸੇਫਟੀ ਦੀ ਜਿਹੜੀ ਜਾਣਕਾਰੀ ਆ ਉਹ ਸਾਡੇ ਦਰਸ਼ਕਾਂ ਤੱਕ ਜਿਹੜੀ ਹੈਗੀ ਆ ਉਹ ਜ਼ਰੂਰ ਪਹੁੰਚਾਵਾਂਗੇ। ਮੈਂ RMB ਚੈਨਲ ਦਾ ਵੀ ਜਿਹੜਾ ਹੈਗਾ ਬਹੁਤ ਧੰਨਵਾਦ ਕਰਦਾ। ਸੋ ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸਮੇਂ-ਸਮੇਂ ਤੇ ਇਦਾਂ ਦੀਆਂ ਇੰਟਰਵਿਊਜ਼ ਜਿਹੜੀਆਂ ਜ਼ਰੂਰ ਲੈ ਕੇ ਆਉਂਦੇ ਰਹਾਂਗੇ, ਤਾਂ ਜੋ ਅਸੀਂ ਜਿਹੜਾ ਇਹ ਪੰਜਾਬ ਦੇ ਵਿੱਚ ਹੋ ਰਹੇ ਹਾਦਸਿਆਂ ਨੂੰ ਪੂਰੀ ਤਰ੍ਹਾਂ ਨਹੀਂ ਰੋਕ ਸਕਦੇ, ਪਰ ਲੋਕਾਂ ਨੂੰ ਅਵੇਅਰ ਜ਼ਰੂਰ ਕਰ ਸਕਦੇ। ਬਹੁਤ ਬਹੁਤ ਧੰਨਵਾਦ ਬਾਈ। ਸੋ ਮੇਰੇ ਨਾਲ ਮਨੀਸ਼ ਬਾਈ ਸੀ। ਜਿੱਦਾਂ ਜਿਹੜੀ ਅੱਜ ਗੱਲਬਾਤ ਜਿਹੜੀ ਆ ਟੇਲ ਗੇਟਿੰਗ ਤੇ ਰਹੀ ਹੈ, ਕਿਉਂਕਿ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ, ਜਾਂ ਸਾਨੂੰ ਇਹ ਕਹਿ ਰਹੀ ਕਿ ਇਹਨਾਂ ਚੀਜ਼ਾਂ ਦੀ ਜਾਣਕਾਰੀ ਸਾਨੂੰ ਦਿੱਤੀ ਨਹੀਂ ਜਾਂਦੀ, ਜਾਂ ਫਿਰ ਅਸੀਂ ਖੁਦ ਨਹੀਂ ਲੈਣਾ ਚਾਹੁੰਦੇ, ਤਾਂ ਸਾਡੀ ਕੋਸ਼ਿਸ਼ ਹੈ ਕਿ ਇਦਾਂ ਦੇ ਪ੍ਰੋਗਰਾਮਾਂ ਰਾਹੀਂ ਤੁਹਾਨੂੰ ਇਹ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਅਵੇਅਰ ਹੋ ਸਕੋ। ਜਿੱਥੇ ABS ਬ੍ਰੇਕਾਂ ਦੀ ਗੱਲ ਵੀ ਹੋਈ ਹੈ, ਜਿੱਥੇ ਪਾਵਰ ਸਟੀਅਰਿੰਗ ਦੀ ਗੱਲ ਵੀ ਹੋਈ ਹੈ, ਜੇਕਰ ਹੋਰ ਵੀ ਤੁਸੀਂ ਚਾਹੁੰਦੇ ਹੋ ਕਿ ਇਦਾਂ ਦੀਆਂ ਹੋਰ ਇੰਟਰਵਿਊਜ਼ ਆਉਣ, ਇਦਾਂ ਦੇ ਹੋਰ ਜਿਨ੍ਹਾਂ ਤੋਂ ਤੁਹਾਨੂੰ ਜਾਣਕਾਰੀ ਮਿਲ ਸਕੇ, ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਕਿਹੜਾ ਵਿਸ਼ਾ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ। ਅਸੀਂ ਉਸ ਵਿਸ਼ੇ ਤੇ ਜਿਹੜੀ ਆ ਜਾਣਕਾਰੀ ਤੁਹਾਨੂੰ ਜ਼ਰੂਰ ਦਿੰਦੇ ਰਹਾਂਗੇ। ਜਿੱਦਾਂ ਬਾਈ ਜੀ ਨੇ ਆਪਣਾ ਵੀ ਚੈਨਲ ਦੱਸਿਆ, ਮਨੀਸ਼ ਵਿਦ ਡਰਾਈਵ ਵਿਦ ਮਨੀਸ਼, ਤਾਂ ਤੁਸੀਂ ਬਾਈ ਜੀ ਦੇ ਜਿਹੜਾ ਫੇਸਬੁੱਕ ਪੇਜ ਤੇ YouTube ਚੈਨਲ ਤੇ ਵੀ ਜਿਹੜਾ ਹੈ ਰਾਬਤਾ ਜ਼ਰੂਰ ਕਰ ਸਕਦੇ ਹੋ। ਇਦਾਂ ਦੀਆਂ ਮੁਲਾਕਾਤਾਂ ਲੈ ਕੇ ਅਸੀਂ ਅੱਗੇ ਵੀ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ।